ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਅੱਜ ਪੂਰੇ ਪੰਜਾਬ ਹੀ ਨਹੀਂ, ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਹੈ ਕਿ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਵਿਆਹ ਹੋਣ ਜਾ ਰਿਹਾ। ਹਾਲਾਂਕਿ ਚਰਚਾਵਾਂ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਆ, ਉਹ ਮੀਡੀਆ ਦੀ ਭੂਮਿਕਾ ਤੁਸੀਂ ਅੱਗੇ ਵੀ ਆਪਾਂ ਦੇਖਦੇ ਰਹਿੰਦੇ ਹਾਂ। ਹੁਣ ਮੀਡੀਆ ਦੀ ਭੂਮਿਕਾ ਕੀ ਆ, ਉਹਦੇ ਤੇ ਵੀ ਬੜੇ ਸਵਾਲ, ਬੜੀਆਂ ਟਿੱਪਣੀਆਂ ਹੋਣੀਆਂ ਨੇ। ਪਰ ਚਲੋ, ਮੀਡੀਆ ਦਾ ਕੰਮ ਹੁੰਦਾ ਕਵਰੇਜ ਕਰਨਾ। ਪਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਫੇਕ ਅਕਾਊਂਟ ਜਾਂ ਕਿੰਨਰ ਜਾ ਕੇ ਉਹਨਾਂ ਦੇ ਘਰ ਦੇ ਬਾਹਰ ਪਹੁੰਚ ਰਹੇ ਨੇ, ਇਹ ਸਾਰੀਆਂ ਖਬਰਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਦੇ ਵਿਆਹ ਨਾਲ ਜੁੜਦੀਆਂ। ਦੇਖੋ, ਇਹ ਖੁਸ਼ੀਆਂ ਦਾ ਮਾਹੌਲ ਤੇ ਹੈ ਹੀ ਆ। ਤੇ ਸਭ ਤੋਂ ਵੱਧ ਪਹਿਲਾਂ ਜਦੋਂ ਬੰਦਾ ਕੋਈ ਖਬਰ ਬ੍ਰੇਕ ਕਰਦਾ, ਪਹਿਲੀ ਵਾਰੀ ਸੁਣਦਾ ਕਿ ਭਗਵੰਤ ਮਾਨ ਦਾ ਵਿਆਹ, ਅਗਲਾ ਕਹਿੰਦਾ ਹੈ, ਮਤਲਬ ਇਸ ਤਰੀਕੇ ਨਾਲ ਝਟਕਾ ਲੱਗਦਾ 440 ਵੋਲਟ ਦਾ। ਨੈਗੇਟਿਵਲੀ ਨਹੀਂ, ਮਤਲਬ ਉਹਨੂੰ ਲੱਗਦਾ ਯਾਰ ਇਹ ਕਿਵੇਂ ਹੋ ਗਿਆ। ਕੋਈ ਗੱਲ ਨਹੀਂ ਚੱਲੀ, ਕੋਈ ਇਸ਼ਕ ਮੁਸ਼ਕ ਪੁਰਾਣੀ ਕਹਾਣੀ ਕੋਈ ਕਿਸੇ ਕਿਸਮ ਦੀ ਹੈ ਨਹੀਂ। ਤੇ ਨਾਲੇ ਕਿਉਂਕਿ ਭਗਵੰਤ ਮਾਨ ਥੋੜਾ ਕਮੇਡੀਅਨ ਇੰਡਸਟਰੀ ਦੇ ਵਿੱਚ ਵੀ ਕੰਮ ਕੀਤਾ, ਤੇ ਲੋਕਾਂ ਨੂੰ ਲੱਗਦਾ ਓਏ ਐਵੇਂ ਕੋਈ ਹੋਣਾ, ਡਰਾਮੇਬਾਜ਼ੀ ਦੀ ਗੱਲ ਹੋਣੀ ਹੈ, ਵੀ ਅਸਲ ਵਿੱਚ ਵਿਆਹ ਨਹੀਂ ਹੋਣਾ, ਕੋਈ ਸਟੇਜੀ ਗੱਲਾਂ ਹੋਣੀਆਂ, ਐਵੇਂ ਮਖੌਲ ਕੀਤਾ ਹੋਣਾ ਭਗਵੰਤ ਮਾਨ ਨੇ। ਤੇ ਜਦੋਂ ਦੀ ਇਹ ਖਬਰ ਨਿਕਲੀ ਹੈ, ਲਾਲਾ ਚਾਰੇ ਪਾਸੇ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਪੂਰਾ ਇੱਕ ਵੱਡਾ ਇਹ ਚਰਚਾ ਚੱਲੀ ਹੋਈ ਆ। 3 ਐਂਕਰ ਲੱਗੇ ਹੋਏ ਆ। ਓਏ ਹੁਣ ਦੱਸੋ ਕਿੱਥੇ ਵਿਆਹ ਹੋਣਾ? ਗੁਰਦੁਆਰੇ ਹੋਣਾ, ਘਰੇ ਹੋਣਾ, ਮਹਾਲੀ ਵਾਲੇ ਘਰੇ ਹੋਣਾ, ਸੰਗਰੂਰ ਚ ਹੋਣਾ, ਫਲਾਨੀ ਜਗ੍ਹਾ ਜਨਰੇਟਰ ਚਲਾ ਗਿਆ, ਫਲਾਨੀ ਜਗ੍ਹਾ ਜਲੇਬੀਆਂ ਵਾਲਾ ਆਟਾ ਪਹੁੰਚ ਗਿਆ। ਇਹ ਸਾਰੀਆਂ ਗੱਲਾਂ ਇੱਥੇ ਨਹੀਂ ਪਹੁੰਚਿਆ ਜੇ, ਇਸ ਕਰਕੇ ਇੱਥੇ ਨਹੀਂ ਹੋ ਸਕਦਾ। ਮਤਲਬ ਲੱਗੇ ਹੋਏ ਆ ਕਰਨ। ਕਿਸੇ ਦੀ ਪ੍ਰਾਈਵੇਟ ਲਾਈਫ ਹੈ ਵੈਸੇ ਤੇ, ਔਰ ਕਿਉਂਕਿ ਉਹ ਚੀਫ ਮਿਨਿਸਟਰ ਹੈ, ਇਸ ਕਰਕੇ ਇੰਨੀ ਪ੍ਰਾਈਵੇਟ ਵੀ ਨਹੀਂ ਹੈ। ਪਬਲਿਕ ਇੱਕ ਫਿਗਰ ਹੋਣ ਕਰਕੇ ਫਿਰ ਹੋਰ 3 ਮਹੀਨਿਆਂ ਨੂੰ ਉਹਨਾਂ ਨੇ 49 ਸਾਲ ਦੇ ਹੋ ਜਾਣਾ। ਇਸ ਵੇਲੇ ਸੁੱਖ ਨਾਲ ਅਜੇ 48+ ਹੀ ਹੈਗੇ ਆ। ਤੇ ਕੁਦਰਤੀ ਹੈ ਕਿ 32 ਸਾਲ ਦੀ ਜਿਹੜੀ ਯੰਗ ਲੇਡੀ ਡਾਕਟਰ ਹੈਗੇ ਆ ਪਿਹੋਵਾ ਦੇ, ਗੁਰਪ੍ਰੀਤ ਕੌਰ, ਤੇ ਮਿਲੇ ਸੀ 2019 ਚ। ਪਰ ਮੀਡੀਆ ਇਹੀ ਕਹਿ ਰਿਹਾ ਕਿ ਨਹੀਂ ਅਰੇਂਜ ਮੈਰਿਜ ਹੈਗੀ ਹੈ, ਇਹ ਭੈਣ ਤੇ ਮਾਂ ਨੂੰ ਖੁਸ਼ ਕਰਨ ਲਈ ਵਿਆਹ। ਇੰਝ ਹੁੰਦਾ ਹੀ ਆ। ਚਲੋ ਇਹ ਚੰਗੀ ਗੱਲ ਆ ਜੇ ਇਹੀ ਗੱਲ ਵੀ ਚੱਲਦੀ ਰਹੇ ਕਿ ਭੈਣ ਦੇ ਕਹਿਣ ਤੇ ਜਾਂ ਮਾਂ ਨੂੰ ਖੁਸ਼ ਕਰਨ ਤੇ ਕਿ ਮੁੰਡਾ ਮੇਰਾ ਇਕੱਲਾ ਨਾ ਰਹਿ ਜੇ, ਇਹ ਚੰਗੀ ਗੱਲ ਆ, ਕਰ ਲੈਣਾ ਚਾਹੀਦਾ। ਪਰ ਆਪਣਾ ਹਿੱਤ ਵੀ ਵਿੱਚ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਮਾਂ ਪੁਰਾਣੀ ਜਨਰੇਸ਼ਨ ਤੇ ਉਹਨਾਂ ਚਲੇ ਜਾਣਾ। ਫਿਰ ਇਹ ਨਾ ਹੋਏ ਕਿ ਵਿਆਹ ਤੁਹਾਨੂੰ ਫਿਰ ਬਾਅਦ ਵਿੱਚ ਉਹਨਾਂ ਨੂੰ ਖੁਸ਼ ਕਰਦਿਆਂ ਗਲ ਪਿਆ ਢੋਲ। ਇਸ ਤਰ੍ਹਾਂ ਨਹੀਂ ਗੱਲ ਹੋਣੀ ਚਾਹੀਦੀ। ਉਹਨਾਂ ਨੂੰ ਖੁਸ਼ ਕਰਦਿਆਂ ਆਪਣਾ ਵੀ ਦੇਖਣਾ ਪੈਂਦਾ ਕਿ ਕੀ ਤੁਹਾਨੂੰ ਵਾਕਿਆ ਇਹਦੀ ਜ਼ਰੂਰਤ ਆ, ਇਹਨੂੰ ਨਿਭਾਉਣਾ ਆ, ਇਹ ਜ਼ਿੰਮੇਵਾਰੀ ਵੀ ਹੈ। ਇਕੱਲਾ ਇਸ ਤਰ੍ਹਾਂ ਹੀ ਨਹੀਂ ਨਾ ਹੈਗਾ। ਇਹ ਵੀ ਸਿੱਖ ਲੈਣਾ ਚਾਹੀਦਾ ਕਿ ਪਹਿਲਾ ਵਿਆਹ ਕਿਉਂ ਨਹੀਂ ਚੱਲਿਆ, ਹੁਣ ਉਹ ਗੱਲ ਨਹੀਂ ਕਰਨੀ। ਇਹ ਵੀ ਤੇ ਗੱਲ ਹੈ ਨਾ। ਜਦੋਂ ਕੋਈ ਵਿਆਹ ਹੁੰਦਾ ਉਦੋਂ ਢੋਲ ਢਮੱਕੇ ਸਾਰੇ, ਆਪਾਂ ਵਧਾਈਆਂ ਆਪਾਂ ਵੀ ਦੇ ਰਹੇ ਹਾਂ ਚੀਫ ਮਿਨਿਸਟਰ ਨੂੰ, ਲੱਖ ਵਧਾਈਆਂ ਹੋਰਨਾਂ ਨੇ ਦਿੱਤੀਆਂ, ਬੈਂਸ ਨੇ, ਮਿਨਿਸਟਰਾਂ ਨੇ, ਇੱਥੋਂ ਤੱਕ ਕਿ ਲੋਕ ਸਭਾ ਦੇ ਸਪੀਕਰ ਬਿਰਲੇ ਵੱਲੋਂ ਵੀ ਵਧਾਈਆਂ ਆ ਗਈਆਂ। ਸਾਡੀਆਂ ਵੀ, ਤੁਹਾਡੀਆਂ ਵੀ ਸੁਖਵਿੰਦਰ ਸਿੰਘ, ਮੈਂ ਨਾਲ ਹੀ ਕਹਿ ਦਿੰਦਾ, ਸਾਡੀ ਵੱਲੋਂ ਵੀ ਲੱਖ ਵਧਾਈਆਂ। ਵਧੋ ਫੁੱਲੋ, ਅਸੀਂ ਇੰਝ ਕਹਿੰਦੇ, ਵਧੋ ਫੁੱਲੋ ਵੀ ਨਾਲ, ਇਕੱਲਾ ਇਹ ਨਹੀਂ ਵੀ ਵਿਆਹ ਕਰਾ ਕੇ ਬਹਿ ਜਾਓ। ਤੇ ਇਹ ਸਾਰਿਆਂ ਵੱਲੋਂ ਇੱਕ ਸ਼ੁਭ ਕਾਮਨਾਵਾਂ ਹੈਗੀਆਂ। ਮੈਨੂੰ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਲੱਗੀ ਨਹੀਂ ਜਿੰਨੀ ਲੋਕਾਂ ਨੂੰ ਲੱਗ ਰਹੀ ਹੈ। ਦੇਖੋ, ਵੈਸਟ ਦੇ ਵਿੱਚ ਜੇ ਵਿਆਹ ਬਾਰੇ, ਮੈਂ ਹੁਣ ਸੋਸ਼ੀਓਲੋਜਿਸਟ ਹਾਂ, ਥੋੜਾ ਮਨ ਕਰ ਉਹਦਾ ਗੱਲ ਕਰਨ ਲਈ ਕਿ ਉੱਥੇ ਤੇ ਜਿਹੜੇ ਨਿਆਣੇ ਆਪਣੇ ਮਾਂ-ਬਾਪ ਦੇ ਵਿਆਹ 'ਚ ਜਾਂਦੇ ਆ। ਇਹ ਤੇ ਕੋਈ ਉੱਥੇ ਸ਼ਰਮ ਵਾਲੀ ਗੱਲ ਨਹੀਂ। ਮੈਂ ਇੰਗਲੈਂਡ 'ਚ ਖੁਦ ਦੇਖ ਕੇ ਆਇਆ। ਵੱਡਾ ਹਿੱਸਾ ਇਹੋ ਜਿਹਾ ਹੈ ਵੀ ਇਕੱਠੇ ਰਹਿੰਦੇ ਆ, ਸਮਾਜ ਵਿੱਚ ਉਹਨੂੰ ਪ੍ਰਮਾਣ ਹੈ, ਕਾਨੂੰਨ ਤੌਰ ਤੇ ਵੀ ਪ੍ਰਮਾਣ ਹੈਗਾ। ਫਿਰ ਇਕੱਠੇ ਰਹਿੰਦੇ ਆ ਤੇ ਵਿਆਹ, ਬੱਚੇ ਵੀ ਹੋ ਜਾਂਦੇ ਆ। ਪਰ ਕਿਉਂਕਿ ਆਫਟਰ ਆਲ ਵਿਆਹ ਨੂੰ ਹੀ ਮਾਨਤਾ ਹੈਗੀ ਕਾਨੂੰਨ ਦੇ ਤੌਰ ਤੇ, ਉਂਝ ਇਕੱਠੇ ਰਹਿਣ ਬੱਚਿਆਂ ਨੂੰ ਤੇ ਨਹੀਂ ਹੁੰਦੀ। ਤੇ ਗਾਂ ਬੱਚਿਆਂ ਨੂੰ ਦਿੱਕਤ ਨਾ ਆਵੇ, ਫਿਰ ਉਹ ਵਿਆਹ ਵੀ ਕਰ ਲੈਂਦੇ ਆ, ਵਿੱਚੇ ਬੱਚੇ ਵੀ ਮਾਂ-ਬਾਪ ਦਾ ਵਿਆਹ ਦੇਖ ਲੈਂਦੇ ਆ। ਇਹਦੇ 'ਚ ਕੋਈ ਦਿੱਕਤ, ਮੈਨੂੰ ਕੋਈ ਉਨੀ ਹੈਰਾਨੀ ਚੰਬੇ ਵਾਲੀ ਨਹੀਂ। ਚਾਰਲੀ ਚੈਪਲਿਨ ਆ, ਉਹਨੇ ਸੁਣਨ 'ਚ ਆਇਆ, ਮੈਂ ਕਿਹੜਾ ਕਿਤੇ ਉਹਦੇ ਵਿਆਹ 'ਚ ਭੰਗੜਾ ਪਾਉਣ ਗਿਆ ਸੀਗਾ। ਤੁਹਾਨੂੰ ਪਤਾ ਉਹ ਵੀ ਕਮੇਡੀਅਨ ਸੀਗਾ, ਮਤਲਬ ਬੜਾ ਤਕੜਾ ਕਲਾਕਾਰ। ਮੈਂ ਕਹੂੰਗਾ ਮੈਂ ਉਹਦੇ ਤੋਂ ਬਹੁਤ ਪ੍ਰਭਾਵਿਤ ਹਾਂ। ਮੈਨੂੰ ਤੇ ਗੋਡ ਫਾਦਰ ਵਾਂਗੂ ਲੱਗਦਾ। ਯਾਨੀ ਪੇਂਟਰਾਂ ਦੇ ਵਿੱਚੋਂ ਇੱਕ ਡੱਚ ਪੇਂਟਰ ਆ, ਉਹ ਮੈਨੂੰ ਬਹੁਤ ਚੰਗਾ ਲੱਗਦਾ ਆ। ਤੇ ਵਿੰਸੈਂਟ ਵੈਨ ਗੌਗ,
ਉਹ ਥੋੜਾ ਕ੍ਰੇਜ਼ੀ ਸੀਗਾ ਪਰ ਬਹੁਤ ਵਧੀਆ। ਤੇ ਜਿਹੜੇ ਇਹ ਬੰਦੇ ਆ ਜਿਹੜੇ ਲੋਕਾਂ ਨੂੰ ਖੁਸ਼ ਕਰਕੇ ਤੇ ਆਪਣੇ ਜੀਵਨ ਦੇ ਵਿੱਚ ਚਾਰਲੀ ਚੈਪਲਿਨ 8 ਵਿਆਹ ਕਰਾਏ ਸੀ ਮੇਰਾ ਵੀਰ, ਕੋਈ ਬਹੁਤਾ ਘਬਰਾਇਓ ਨਾ, ਕਿਤੇ ਆ ਫੋਨ ਤੁਹਾਡਾ ਇੱਧਰ ਜਾਂ ਹੋਰ ਕੈਮਰਾ ਕੂਮਰਾ ਨਾ ਹਿੱਲ ਜਾਏ। ਤੇ ਉਹਨੂੰ ਤੇ ਕੁਝ ਹੋਇਆ ਨਹੀਂ, ਇਹਨੇ ਤੇ ਅਜੇ ਦੂਜਾ ਹੀ ਕਰਾਇਆ ਹੈ। ਇਸ ਲਈ ਮੈਨੂੰ ਇਹਨਾਂ ਗੱਲਾਂ 'ਚ ਕੋਈ ਬਹੁਤੀ ਦਿਲਚਸਪੀ ਨਹੀਂ। ਹਾਂ, ਇਹ ਨਾ ਹੋਵੇ ਕਿ ਤੁਹਾਡਾ ਚੀਫ ਮਿਨਿਸਟਰੀ ਦਾ ਕੰਮ ਜਿਹੜਾ ਆ ਉਹ ਢਿੱਲਾ ਪੈ ਜੇ, ਕਿਉਂਕਿ ਫਿਰ ਹਨੀਮੂਨ ਤੇ ਜਾਣਾ ਹੋਰ ਕਰਨਾ, ਉਹ ਉਧਰ ਮਹਿਕਮੇ ਵੀ ਕਾਫੀ ਹੈ ਚੀਫ ਮਿਨਿਸਟਰ ਕੋਲੋਂ। ਸਾਡਾ ਇਹ ਤੇ ਇੰਨਾ ਹੀ ਆ ਕਿ ਥੋੜਾ ਬਹੁਤ ਤੁਸੀਂ ਵੈਸੇ ਵੀ ਸੁਣਨ ਚ ਆਉਂਦਾ ਕਿ 6 ਵਜੇ ਤੋਂ ਬਾਅਦ ਤੇ ਟਾਈਮ ਘਰ 'ਚ ਹੀ ਹੁੰਦਾ ਆ, ਉਹ ਟਾਈਮ ਜ਼ਰੂਰ ਦਿਓ, ਪਰ ਸਵੇਰ ਤੋਂ ਇਹ ਨਹੀਂ ਕਿ ਕੈਪਟਨ ਵਾਂਗੂ ਤੁਸੀਂ 11 ਕੁ ਵਜੇ ਵਿਹਲੇ ਹੋ ਕੇ ਆਪਣਾ ਅਖਬਾਰਾਂ ਪੜ੍ਹ ਕੇ ਨਹਾ ਧੋ ਕੇ ਤਿਆਰ ਹੋ ਕੇ 10:30 ਵਜੇ ਬ੍ਰੇਕ, 11-12 ਵਜੇ ਜਨਤਾ ਨੂੰ ਮਿਲਣੋ। ਇਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਜੋ ਮਰਜ਼ੀ ਕਹੋ, ਉਹ 6 ਵਜੇ ਆਪਣਾ ਤਿਆਰ ਹੋ ਕੇ ਬਹਿ ਜਾਂਦੇ ਸੀਗੇ, ਵਾਹਿਗੁਰੂ ਵਾਹਿਗੁਰੂ ਕਰਕੇ ਸਵੇਰੇ। ਤੇ 7 ਵਜੇ ਤੇ ਜਨਤਾ ਦੀ ਕਚਹਿਰੀ 'ਚ ਐਨ ਭਖਿਆ ਹੁੰਦਾ ਸੀ ਕੰਮ। ਉਹ ਕੰਮ ਜਿਹੜਾ ਨਾਲੋਂ ਨਾਲ ਅਸੀਂ ਤੁਸੀਂ ਇਸ ਕੰਮ ਦੀ ਆਪਣੇ ਟਾਈਮ ਦੀ ਪ੍ਰਪੋਰਸ਼ਨ ਦੀ ਸਿੱਖਿਆ ਪ੍ਰਕਾਸ਼ ਸਿੰਘ ਬਾਦਲ ਤੋਂ ਲੈਣੀ ਆ, ਕੈਪਟਨ ਅਮਰਿੰਦਰ ਸਿੰਘ ਹੋਣਾ ਤੋਂ ਰਾਜਿਆਂ ਵਾਂਗੂ ਨਹੀਂ ਲੈਣੀ, ਕਿਉਂਕਿ ਤੁਸੀਂ ਸਮਾਜ ਸੇਵੀ ਦਾ ਇਮੇਜ ਅਕਸ਼ ਲੋਕਾਂ 'ਚ ਦਿੱਤਾ ਤੇ ਵਾਅਦੇ ਵੀ ਤੁਹਾਡੇ ਉਹੋ ਜਿਹੇ ਆ, ਕੰਮ ਬਹੁਤ ਹੈਗੇ ਆ, ਹਬੜਾ ਦਬੜੀ ਇੱਧਰ ਉੱਧਰ ਕਈ ਕੁਛ ਚੱਲੀ ਜਾਂਦਾ। ਤੇ ਉਹਦੇ ਲਈ ਚੰਗਾ ਆ ਜੇ ਉਹ ਤੁਹਾਡੀ ਨਵੀਂ ਸਾਥਣ ਤੁਹਾਡੇ ਕੰਮ 'ਚ ਹੱਥ ਵੰਡਾਏ, ਤੇ ਫਿਰ ਤੇ ਸਾਨੂੰ ਪੰਜਾਬ 'ਚ 2 ਚੀਫ ਮਿਨਿਸਟਰ ਮਿਲ ਜਾਣਗੇ, ਇੱਕ ਫਾਰਮਲ ਚੁਣਿਆ ਹੋਇਆ, ਇੱਕ ਉਹਨਾਂ ਦੇ ਘਰ ਵਾਲੀ, ਜਿਸ ਤਰ੍ਹਾਂ ਲੰਬੜਦਾਰ ਦੇ ਘਰ ਵਾਲੀ ਲੰਬੜਦਾਰ ਨਹੀਂ ਤੇ ਚੀਫ ਮਿਨਿਸਟਰ ਦੇ ਘਰ ਵਾਲੀ ਚੀਫ ਮਿਨਿਸਟਰ ਨਹੀਂ। ਉਹ ਮਦਦ ਕਰੇ, ਪੜ੍ਹੀ ਲਿਖੀ ਆ, ਹੈਲਥ ਡਿਪਾਰਟਮੈਂਟ 'ਚ ਹੋਰ ਨਾ ਇੰਟਰਫੀਅਰ ਨਾ ਕਰੇ। ਮੈਂ ਇਹ ਨਾ ਵੀ ਸਾਰੀ ਜਗ੍ਹਾ ਭਗਵੰਤ ਮਾਨ ਦੀ ਜਗ੍ਹਾ ਜਾ ਕੇ ਦਬਕੇ ਮਾਰ ਲੱਗ ਜੀ, ਇਹ ਨਹੀਂ ਹੈ ਮੇਰੀ ਤਵੱਕੋ ਇਹ ਹੈ ਕਿ ਆਪਣੇ ਜਿਹੜੇ ਵੁੱਡ ਬੀ ਹਸਬੈਂਡ, ਜਦੋਂ ਲਾਵਾਂ ਤੋਂ ਬਾਅਦ ਹੀ ਅਸੀਂ ਹਸਬੈਂਡ ਕਵਾਂਗੇ, ਤੇ ਉਹਨਾਂ ਦੇ ਜਿਹੜਾ ਨਵਾਂ ਵਿਆਹ ਹਸਬੈਂਡ ਆ, ਉਹਨਾਂ ਦੇ ਕੰਮ 'ਚ ਉਹਨਾਂ ਦੀ ਮਦਦ ਕਰੇ ਹਰ ਕਿਸਮ ਦੇ, ਤੇ ਉਹਨਾਂ ਦੇ ਜੀਵਨ ਨੂੰ ਵੀ ਹੋਰ ਕਿਵੇਂ, ਜੇ ਕੋਈ ਬੰਦਾ ਕਦੀ ਡਾਮਾਡੋਲ ਹੁੰਦਾ ਲੀਹ ਤੇ ਕਿਵੇਂ ਰੱਖਣਾ, ਉਹ ਵੀ ਔਰਤ ਦਾ ਬਹੁਤ ਘਰ ਦੇ ਵਿੱਚ ਅਹਿਮ ਰੋਲ ਭੂਮਿਕਾ ਹੁੰਦੀ ਹੈ। ਤੇ ਨਾਲੋਂ ਨਾਲ ਇਹ ਕੰਮ ਚੱਲੇ। ਅਸੀਂ ਫਿਰ ਇੱਕ ਵਾਰੀ ਲੱਖ ਲੱਖ ਵਧਾਈਆਂ ਦਿੰਨੇ ਆ। ਗੁਰਦੁਆਰਾ 8 ਸੈਕਟਰ ਦੇ ਵਿੱਚ ਹੋਣਾ, ਪਰ ਤੁਸੀਂ ਜਾਇਓ ਨਾ, ਉੱਥੇ ਬੰਦੇ ਬਿਲਕੁਲ ਘਰ ਦੇ ਹੀ ਆ। ਇਹ ਨਾ ਸੋਚਿਓ ਵੀ ਆਪਾਂ ਵੀ ਜਾ ਕੇ ਥੋੜਾ ਲੰਗਰ ਪਾਣੀ ਛਕ ਆਈਏ, ਉੱਥੇ ਫਿਰ ਨਿਰਾਸ਼ਾ ਹੋਊਗੀ। ਹੈ ਤੇ ਵਿਆਹ ਵਾਲੀ ਗੱਲ ਆ, ਪਰ ਬੰਦੇ ਬੜੇ ਥੋੜੇ ਆ। ਉਹ ਅਕਸਰ ਇੰਝ ਹੀ ਹੁੰਦਾ, ਜਦੋਂ ਦੂਜਾ ਵਿਆਹ ਕਰਦੇ ਆ ਤੇ ਫਿਰ ਉਹ ਪ੍ਰਾਈਵੇਟ ਰਿਚੁਅਲ ਹੀ ਹੁੰਦਾ, ਪਹਿਲੇ ਵਾਂਗੂ ਢੋਲ ਢਮੱਕਾ ਤੇ ਫਲਾਨਾ ਤੇ 1000 ਬੰਦਾ ਤੇ 5000 ਬੰਦਾ ਬੁਲਾ ਲਓ। ਤੇ ਰਾਜਨੀਤਿਕ ਲੋਕਾਂ ਨੂੰ ਛੋਟੀ ਪਾਰਟੀ ਰੱਖਣੀ ਚਾਹੀਦੀ ਹੈ, ਨਹੀਂ ਤੇ ਰਾਜਨੀਤਿਕ ਲੋਕਾਂ ਦਾ ਤੁਹਾਨੂੰ ਪਤਾ ਖਰਚਾ ਨਹੀਂ ਹੁੰਦਾ। ਮੈਂ ਕਈ ਉਹਨਾਂ ਦੇ ਵਿਆਹਾਂ 'ਚ ਜਾਣ ਦਾ ਮੌਕਾ ਮਿਲਿਆ, ਜਿਹੜਾ ਵੀ ਕੰਮ ਹੁੰਦਾ ਹਾਲ ਆ ਉਹ ਵੀ ਕਿਸੇ ਨੇ ਉਂਝ ਹੀ ਦਿੱਤਾ ਹੁੰਦਾ, ਜਿਹੜੇ ਰੋਟੀਆਂ ਜਲੇਬੀਆਂ ਹੋਰ ਪਕਵਾਨ ਪਕਾਉਣ ਵਾਲੇ ਆ ਉਹ ਵੀ ਸੇਵਾ ਹੀ ਕੀਤੀ ਹੁੰਦੀ ਆ। ਤੇ ਜਿਹੜਾ ਮਾੜੇ ਤੋਂ ਮਾੜਾ ਵੀ ਬੰਦਾ ਜਾਂਦਾ, ਬਹੁਤ ਹੀ ਮਾੜਾ, ਉਹ 500 ਰੁਪਏ ਦਾ ਸ਼ਗਨ, ਕੋਈ 50,000 ਦਾ, ਕੋਈ 5 ਲੱਖ ਦਾ, ਕੋਈ 20 ਲੱਖ ਦਾ। ਤੇ ਜਿਹੜੇ ਪੋਲੀਟੀਸ਼ੀਅਨ ਆ, ਉਹਨਾਂ ਦੇ ਵਿਆਹ ਜਿਹੜੇ ਬੱਚਿਆਂ ਦੇ ਹੁੰਦੇ ਆ, ਆਪਣਾ ਨਹੀਂ ਬੱਚਿਆਂ ਦੇ, ਪੋਲੀਟੀਸ਼ੀਅਨਾਂ ਦੇ ਤੇ ਚਲੋ ਵੱਡੀ ਉਮਰ ਦੇ ਹੁੰਦੇ, ਉਹ ਜਦੋਂ ਜਾਂਦੇ ਉਹਨਾਂ ਨੂੰ ਵਿਆਹ 'ਚ ਬਹੁਤ ਕਮਾਈ ਹੋ ਜਾਂਦੀ ਆ। ਸਾਡੇ ਲੋਕਾਂ ਦਾ ਧੂੰਆਂ ਨਿਕਲ ਜਾਂਦਾ, ਇਹੋ ਜਿਹਾ ਕਰਜ਼ਾ ਲੈਂਦੇ ਆ ਕਿ ਮਗਰੋਂ ਕਈ ਵਾਰੀ ਬਹੁਤ ਲੋਕ ਪੁੱਠੇ ਰਾਹ ਵੀ ਚੱਲ ਪੈਂਦੇ, ਕਰਜ਼ਾ ਲੈਂਦਾ ਨਹੀਂ। ਤੇ ਇਸ ਕਰਕੇ ਇਹ ਚੰਗੀ ਗੱਲ ਹੈ, ਛੋਟੀ ਪਾਰਟੀ ਕੀਤੀ ਆ ਗੁਰਦੁਆਰਾ ਸਾਹਿਬ ਦੀ ਹਜ਼ੂਰੀ 'ਚ, ਉੱਥੇ ਆਪਣੇ ਸਾਰੇ ਜਿਹੜੇ ਚੰਗੇ ਹੋਣਗੇ ਉਸ ਮਾਹੌਲ ਦੇ ਵਿੱਚ। ਅਸੀਂ ਇਹੋ ਹੀ ਅਰਜ਼ ਕਰਦੇ ਹਾਂ ਕਿ ਨੇਪਰੇ ਚੜੇ। ਹਾਂਜੀ ਪ੍ਰੋਫੈਸਰ ਸਾਹਿਬ, ਹੁਣ ਗੱਲ ਹੈ ਕਿ ਸਰਕਾਰ ਫੁੱਲ ਐਂਡ ਫਾਈਨਲ ਤਕਰੀਬਨ ਹੋ ਹੀ ਚੁੱਕੀ ਹੈ। ਅਫਸਰਸ਼ਾਹੀ ਦੇ ਤਬਾਦਲੇ, ਮੁੱਖ ਸਕੱਤਰ ਦਾ ਨਵਾਂ ਲੱਗਣਾ, ਮੁੱਖ ਮੰਤਰੀ ਸਾਹਿਬ ਦੇ ਹੱਥ ਦੇ ਵਿੱਚ ਹੁਣ ਤਾਂ 3 ਮਹੀਨੇ ਤੋਂ ਉੱਤੇ ਦਾ ਟਾਈਮ ਹੋ ਚੁੱਕਿਆ, ਤੇ ਕਹਿ ਸਕਦੇ ਹਾਂ ਕਿ ਹੁਣ ਤਾਂ ਗੱਡੀ ਚੱਲ ਪਈ ਆ, ਪਰ ਚਲਾਉਣੀ ਵੀ ਚਾਹੀਦੀ ਹੈ। ਇਹ ਨਾ ਹੋਵੇ ਕਿਤੇ ਉਹ ਡਿੱਗੇ ਡੋਲੇ ਖਾਂਦੀ ਰਵੇ। ਕੈਬਨਿਟ ਦੀ ਪਹਿਲੀ ਬੈਠਕ ਸੱਦੀ ਸੀਗੀ, ਨਵੀਂ ਕੈਬਨਿਟ ਬਣੀ ਹੈ, ਪਹਿਲੀ ਬੈਠਕ ਸੱਦੀ ਤੇ ਉਹਦੇ ਵਿੱਚ ਆਪਣੇ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਜਿਹੜਾ 300 ਯੂਨਿਟ ਬਿਜਲੀ ਦਾ ਉਹ ਫੈਸਲਾ, ਉਹਦੇ ਉੱਤੇ ਮੋਹਰ ਲਾ ਦਿੱਤੀ, ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਉਹ ਚਲੋ ਤੁਹਾਡੇ ਸਭ ਦੇ ਸਾਹਮਣੇ ਆ ਜਾਏਗਾ। ਸਵਾਲ ਹੁਣ ਇੱਥੇ ਇਹ ਆ ਕਿ ਅੱਗੇ ਕੰਮ ਬਹੁਤ ਕਰਨ ਵਾਲੇ, ਇਹ ਨਾ ਹੋਵੇ ਕਿ ਤੁਸੀਂ ਫਿਰ ਅੱਗੋਂ ਕੋਈ ਬਹਾਨਾ ਲਾਓ। ਹੁਣ ਤਾਂ ਸਾਰੀ ਅਫਸਰਸ਼ਾਹੀ ਬਦਲ ਚੁੱਕੀ ਹੈ। ਦੇਖੋ, ਅਫਸਰ ਬਦਲ ਲੈਣ, ਅਫਸਰ ਨੇ ਘਰੋਂ ਤੇ ਕੁਝ ਕਰਨਾ ਨਹੀਂ। ਚੰਗੇ ਅਫਸਰ ਹੋਣ, ਇਮਾਨਦਾਰ ਅਫਸਰ ਹੋਣ, ਸੁਧਾਰ ਤੇ ਹੁੰਦਾ, ਪਰ ਸੁਧਾਰ ਹੋਣਾ ਤੇ ਸਿਸਟਮ ਦੇ ਰਾਹੀਂ ਹੈ ਨਾ, ਇਕੱਲੇ ਬੰਦੇ ਨੇ ਕੀ ਕਰ ਲੈਣਾ।
ਕੱਲਾ ਬੰਦਾ ਜਾਂ 10 ਬੰਦੇ ਬਹੁਤ ਵੀ ਚੰਗੇ ਹੋਣ, ਥੱਲੇ ਜੇ ਸਿਸਟਮ ਜਮਾ ਹੀ ਕੋਆਪਰੇਟ ਨਾ ਕਰੇ, ਇਕੱਲੇ ਬੰਦੇ ਵੀ ਹਾਰ ਜਾਂਦੇ ਆ, ਥੱਕ ਜਾਂਦੇ ਆ, ਘਬਰਾ ਜਾਂਦੇ ਆ। ਤੇ ਮੈਂ ਥੋੜਾ ਜਿਹਾ ਇਹ ਜਿਸ ਤਰ੍ਹਾਂ ਅਸਲ 'ਚ ਵਿਆਹ 'ਚ ਬੀ ਦੇ ਲੇਖੇ ਵਾਲੀ ਗੱਲ ਆ ਵੀ ਅਸੀਂ ਹੋਰ ਕਿਸਮ ਦੀਆਂ ਗੱਲਾਂ, ਵਿਆਹ ਦੀਆਂ ਇੰਨੀਆਂ ਖੁਸ਼ੀਆਂ ਵਿੱਚ ਭਗਵੰਤ ਮਾਨ ਦੇ ਅਸੀਂ ਨਾਲ ਐਵੈਲੂਏਸ਼ਨ ਦੀਆਂ ਗੱਲਾਂ ਕਰਨ ਲੱਗ ਗਏ, ਜਿਵੇਂ ਤੁਸੀਂ ਸ਼ੁਰੂ ਕਰ ਹੀ ਦਿੱਤਾ, ਤੁਹਾਡੇ ਕੋਲ ਵੀ ਰਿਹਾ ਨਹੀਂ ਜਾਂਦਾ। ਮੈਨੂੰ ਹੁਣੇ ਹੀ ਕਿਸੇ ਬੰਦੇ ਦਾ ਪੁਲਿਸ ਦੇ ਮਹਿਕਮੇ 'ਚ ਫੋਨ ਆਇਆ, ਪ੍ਰੋਫੈਸਰ ਸਾਹਿਬ ਤੁਸੀਂ ਤੇ ਰੋਜ਼ ਖਬਰ ਦਿੰਦੇ ਆ, ਸਾਡਾ ਬੜਾ ਬੁਰਾ ਹਾਲ ਆ। ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਜੀ 6 ਤਰੀਕ ਹੋ ਗਈ, ਅਜੇ ਤੱਕ ਤਨਖਾਹ ਨਹੀਂ ਮਿਲੀ ਕਿਸੇ ਨੂੰ ਵੀ। ਮੈਂ ਕਿਹਾ ਤੈਨੂੰ ਨਹੀਂ ਮਿਲੀ ਕਿ ਕਿਸੇ ਨੂੰ? ਕਹਿੰਦਾ ਜੀ ਕਿਸੇ ਨੂੰ ਵੀ ਨਹੀਂ, ਸਰਕਾਰ ਦੇ ਖਜ਼ਾਨੇ 'ਚ ਪੈਸਾ ਨਹੀਂ। ਕਹਿੰਦੇ ਪਹਿਲੀ ਵਾਰੀ ਹੋਇਆ ਕਿ ਪੁਲਿਸ ਨੂੰ ਹਮੇਸ਼ਾ ਤਨਖਾਹ ਵੇਲੇ ਸਿਰ ਮਿਲਦੀ ਸੀ, ਇਹ ਪਹਿਲੀ ਵਾਰੀ ਹੋਇਆ ਕਿ ਸਾਡੀ ਵੀ ਤਨਖਾਹ ਲੇਟ ਹੋ ਗਈ ਹੈ। ਔਰ ਇਹਦਾ ਮਤਲਬ ਉਹ ਇਹ ਕੱਢ ਰਿਹਾ ਸੀ, ਮੈਂ ਵੈਰੀਫਾਈ ਨਹੀਂ ਕਰ ਸਕਿਆ, ਕਿ ਬਾਕੀ ਵੀ ਜਿਹੜੇ ਸਰਕਾਰੀ ਇੰਪਲਾਈ ਆ ਉਹਨਾਂ ਨੂੰ ਅਜੇ ਤੱਕ ਤਨਖਾਹ ਲਟਕੀ ਹੋਈ ਆ, ਕਿਉਂਕਿ ਖਜ਼ਾਨੇ 'ਚੋਂ ਪੈਸਾ ਹੀ ਨਹੀਂ। ਅੱਜ ਇੱਕ ਰਣਜੀਤ ਸਿੰਘ ਘੁੰਮਣ, ਤੁਸੀਂ ਜਾਣਦੇ ਆ, ਇਕਨੋਮਿਸਟ ਆ, ਪੰਜਾਬ ਬਾਰੇ ਲਿਖਦੇ ਰਹਿੰਦੇ ਆ, ਉਹ ਸਾਡੇ ਮਿੱਤਰ ਵੀ ਹੈਗੇ, ਪੰਜਾਬੀ ਯੂਨੀਵਰਸਿਟੀ ਚੋਂ ਇਕਨੋਮਿਕਸ ਚੋਂ ਰਿਟਾਇਰਡ ਹੈਗੇ। ਉਹਨਾਂ ਨੇ ਲੰਬਾ ਲੇਖ, ਉਹ ਕੱਲ ਨੂੰ ਵੀ ਉਹਦਾ ਦੂਜਾ ਹਿੱਸਾ ਆਉਣਾ, ਇਸ ਬਜਟ ਦੀ ਇਵੈਲੂਏਸ਼ਨ ਵਿੱਚ ਲਿਖਿਆ ਕਿ ਕੀ ਵਧਾ ਚੜਾ ਕੇ ਪੇਸ਼ ਕੀਤਾ ਗਿਆ ਬਜਟ 'ਚ। ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਆਪਾਂ 17% ਕਹਿੰਦੇ ਆ ਐਜੂਕੇਸ਼ਨ ਦਾ ਬਜਟ ਪਿਛਲੀ ਵਾਰੀ ਵਧਿਆ, ਅਸਲ ਮਾਨਿਆਂ ਦੇ ਵਿੱਚ ਉਹ ਜੇ ਤੁਸੀਂ ਐਕਚੁਅਲ ਜਿਹੜਾ ਬਾਅਦ ਵਿੱਚ ਰਿਵਾਈਜ਼ਡ ਐਸਟੀਮੇਟ ਸੀਗੇ ਉਹਦੇ ਹਿਸਾਬ ਨਾਲ ਲਾਇਆ ਜਾਏ ਤਾਂ ਜਿਹੜਾ ਪੰਜਾਬ ਦੇ ਪਿਛਲੇ ਬਜਟ ਨਾਲੋਂ ਸਿਰਫ 6.5% ਵਧਿਆ, 6.25%, 17% ਨਹੀਂ ਵਧਿਆ। ਜਿਹੜਾ ਮੈਡੀਕਲ ਦਾ ਬਜਟ ਅਸੀਂ 24% ਵਧਿਆ ਦਾ ਢੋਲ ਵਜਾ ਕੇ ਥਾੜ ਉੱਥੇ ਨਾਲ ਚਮਚੇ ਬੈਠੇ ਹੁੰਦੇ ਆ ਬੈਂਚਾਂ ਦੇ ਉੱਤੇ, ਅਸੈਂਬਲੀ ਦੇ ਅੰਦਰ ਲੱਗ ਪੈਂਦੇ ਆ, ਮੋਦੀ ਜੀ ਵੀ ਇੰਜ ਕਰਦੇ ਆ, ਕੁਛ ਨਹੀਂ ਪਤਾ ਹੁੰਦਾ ਇਕਨੋਮਿਕਸ ਦਾ। ਮੈਨੂੰ ਬੜਾ ਅਜੀਬ ਲੱਗਦਾ ਵੀ ਜੇ ਪਤਾ ਨਹੀਂ ਚੁੱਪ ਕਰਕੇ ਬੈਠੋ, ਠਾ ਬੈਂਚੇ ਉੱਥੇ ਜ਼ਰੂਰੀ ਖੜਕਾਉਣੇ ਆ ਵੀ ਬਹੁਤ ਗੱਲਾਂ ਤਕੜੀਆਂ ਕਰ ਰਹੇ ਐਵੇਂ, ਇਹ ਕਰੀ ਗਏ ਉੱਥੇ। ਉਹ ਵੀ 7.25% ਹੀ ਵਧਿਆ ਮੈਡੀਕਲ ਦਾ ਵੀ। ਤੇ ਮੈਡੀਕਲ ਕਾਲਜ ਕਿੱਥੋਂ ਖੋਲਣੇ ਆ? ਜਿਹੜੇ 16 ਖੋਲਣੇ ਆ, ਜਾਂ ਇੱਕ ਸਾਲ 'ਚ ਜੇ 15, ਹਰ ਸਾਲ 3 ਖੋਲਣਗੇ ਤਾਂ ਹੀ 5 ਸਾਲਾਂ 'ਚ 16-15 ਖੁੱਲਣਗੇ। ਤੇ ਉਹ ਬੜੀ ਮੈਨੂੰ ਅਜੀਬ ਲੱਗ। ਫਿਰ ਉਹਨਾਂ ਨੇ ਸਾਰੀ ਡਿਟੇਲ ਜਿਹੜੀ ਆ ਉਹਦੇ 'ਚ ਲਿਖੀ ਹੈ, ਬਹੁਤ ਵੱਡਾ ਆਰਟੀਕਲ, 2 ਆਰਟੀਕਲਾਂ ਜਿੱਡਾ ਇਕੱਠਾ ਹੀ ਆ, ਕੱਲੇ ਬਜਟ ਦੀ ਆਈਟਮ ਨੂੰ। ਐਗਰੀਕਲਚਰ 'ਚ ਕਿੰਨਾ ਵਧਿਆ ਉਹ ਦੱਸਿਆ ਹੀ ਨਹੀਂ, ਉਹ ਵਧਿਆ 4.25%, ਕਿਉਂਕਿ ਬੜਾ ਘੱਟ ਵਧਿਆ ਸੀਗਾ, ਉਹਨੂੰ ਗੋਲ ਕਰ ਗਏ, ਉਹਦਾ ਦੱਸਿਆ ਹੀ ਨਹੀਂ। ਫਿਰ ਇਸੇ ਤਰੀਕੇ ਨਾਲ ਐਕਚੁਅਲੀ ਉਹ ਵਧਿਆ ਹੀ ਨਹੀਂ, ਬਹੁਤਾ ਘੱਟ ਵਧਿਆ ਆ। ਦੂਜੀਆਂ ਗੱਲਾਂ 'ਚ ਉਹਨਾਂ ਨੇ ਓਵਰਆਲ, ਮੈਂ ਤੁਹਾਨੂੰ ਇਹ ਦੱਸਾਂ, ਤੁਸੀਂ ਕਿਉਂ ਜਿਹੜੀ ਗੱਲ ਸ਼ੁਰੂ ਕੀਤੀ ਹੈ, ਹਾਲਤ ਇਹ ਬਣਨੀ ਆ ਕਿ 6 ਮਹੀਨਿਆਂ ਅੰਦਰ ਜੇ ਇਹਨਾਂ ਨੇ ਤੁਰੰਤ ਐਮਰਜੈਂਸੀ ਕੋਈ ਆਮਦਨ ਦੇ ਸਾਧਨ ਨਹੀਂ ਜੁਟਾਏ, ਇੱਥੇ ਹਾਹਾਕਾਰ ਨਾ ਹੋ ਜਾਏ ਤੇ ਫਿਰ ਉਲਟਾ ਕੰਮ ਨਾ ਹੋ ਜਾਏ। ਕਿਉਂ? ਜਿੰਨਾ ਕਰਜ਼ਾ ਜਿਸ ਰੇਟ ਨਾਲ ਚੜ ਰਿਹਾ, ਤੁਹਾਨੂੰ ਪਤਾ ਕਿ 20,122 ਕਰੋੜ ਜਿਹੜਾ ਹਰ ਤੁਹਾਨੂੰ ਉਹ ਜਿਹੜਾ ਸਾਲ ਦੇ ਅੰਦਰ ਸਿਰਫ ਤੇ ਸਿਰਫ ਸੂਦ ਦੇਣ ਲਈ, ਜਿਹੜਾ ਆਪਾਂ ਕਰਜ਼ਾ ਲਿਆ ਉਹਦੇ ਤੇ ਸੂਦ ਦੇਣ ਲਈ, ਮੂਲ ਨਹੀਂ। ਜੇ ਮੂਲ 7-8 ਹਜ਼ਾਰ ਕਰੋੜ ਦਓਗੇ, ਸਾਰਾ ਕੈਲਕੂਲੇਟ ਕਰ ਲਿਆ, ਤੇ ਸਬਸਿਡੀਆਂ ਇਹਨਾਂ ਦੀਆਂ ਬਣਦੀਆਂ ਕਿੰਨੀਆਂ ਬਣਦੀਆਂ ਵਾ, ਬਿਜਲੀ ਦੀਆਂ ਹੀ 15-16 ਹਜ਼ਾਰ ਕਰੋੜ ਬਣ ਗਈ। ਔਰਤਾਂ ਨੂੰ ਜੇ 6 ਮਹੀਨਿਆਂ ਦੀ ਵੀ ਦੇਵੇ ਤੇ 6,000 ਕਰੋੜ ਤੇ ਦੋਗੇ ਤੁਸੀਂ। ਇਸ ਤਰ੍ਹਾਂ ਹੋਰ ਸਬਸਿਡੀਆਂ ਸਾਰੀਆਂ ਮਿਲਾ ਕੇ ਉਹ ਇੰਨੀਆਂ ਵੱਡੀਆਂ ਬਣਦੀਆਂ, ਉਹਦੇ ਲਈ ਪੈਸਾ ਹੀ ਹੈ ਨਹੀਂ। ਆ ਬੱਸਾਂ ਦੀਆਂ ਫ੍ਰੀ ਟਿਕਟਾਂ, ਉਹ ਵੀ ਤੁਸੀਂ ਦੇਖ ਲਓ, ਕਹਿਣ ਔਰਤਾਂ ਦੀਆਂ, ਤੇ ਕਹਿਣ ਦਾ ਮਤਲਬ ਤੁਸੀਂ ਸਬਸਿਡੀਆਂ ਇੰਨੀਆਂ ਅਨਾਉਂਸ ਕਰ ਦਿੱਤੀਆਂ ਕਿ ਆ ਵੀ ਮੁਫਤ, ਆ ਵੀ ਮੁਫਤ, ਆ ਵੀ ਮੁਫਤ। ਤੇ ਹੁਣ ਜਾ ਕੇ ਕੇਜਰੀਵਾਲ ਜੋ ਇੱਥੇ ਤੀਰ ਚਲਾ, ਜਾਦੂ ਚੱਲ ਗਿਆ, ਉੱਥੇ ਕਹਿ ਰਿਹਾ ਬਿਜਲੀ ਮੁਫਤ ਦੇਣੀ। ਮੁਫਤ ਖੋਰੇ ਬਣਾ ਦਿਓ ਸਾਰੇ ਦੇਸ਼ ਨੂੰ, ਕੰਮ ਨਾ ਦਿਓ ਕੋਈ ਵੀ, ਨਾ ਇੱਜ਼ਤ ਦਿਓ, ਨਾ ਕੰਮ ਦਿਓ, ਨਾ ਉਹਨਾਂ ਨੂੰ ਆਪਣਾ ਇੱਜ਼ਤ ਦਾ ਜੀਵਨ ਜੀਣ ਦਿਓ, ਮੁਫਤ ਖੋਰੇ ਬਣਾ ਦਿਓ ਤੇ ਖਤਮ ਕਰ ਦਿਓ ਲੋਕਾਂ ਨੂੰ। ਜਾ ਕੇ ਗੁਜਰਾਤ ਦੇ ਵਿੱਚ ਭਾਸ਼ਣ ਦੇ ਕੇ ਆਇਆ ਕੇਜਰੀਵਾਲ ਕਿ ਤੁਹਾਨੂੰ ਮੈਂ ਬਿਜਲੀ ਮੁਫਤ ਕਰੂੰਗਾ। ਇਸ ਪਾਸੇ ਨਾ ਦੇਸ਼ ਨੂੰ ਚਲਾਓ, ਦੇਸ਼ ਨੂੰ ਇੱਕ ਨੌਜਵਾਨਾਂ ਨੂੰ, ਸਾਰਿਆਂ ਨੂੰ, ਜਿਹੜਾ ਵੀ ਜਿਹਦੇ ਕੋਲ ਵੀ ਜੋ ਵੀ ਕਾਬਲੀਅਤ ਹੈ ਉਹਨੂੰ ਰੁਜ਼ਗਾਰ ਦਿਓ ਤਾਂ ਕਿ ਉਹ ਕਮਾ ਕੇ ਖਾਵੇ, ਨਾ ਕਿ ਤੁਹਾਡੇ ਮੂੰਹ ਵੱਲ ਵੇਖੀ ਜਾਏ। ਜੇ ਮੂੰਹ 'ਚ ਰੋਟੀ ਪਾ ਦੋਗੇ ਤੇ ਖਾਊਗਾ, ਨਹੀਂ ਤੇ ਭੁੱਖਾ ਬੈਠਾ। ਇਹ ਮੁਫਤ ਖੋਰੇ ਨਾ ਬਣਾਓ। ਇਸ ਵੇਲੇ ਜੋ ਵੱਡਾ ਸੰਕਟ ਆਰਥਿਕ ਸਾਡੇ ਸਿਰ ਤੇ ਇਸ ਵੇਲੇ ਆ, ਉਹ ਸਾਰੇ ਦੇਸ਼ ਦੇ ਕਿਸੇ ਵੀ ਸੂਬੇ ਤੇ ਨਹੀਂ। ਕਿਉਂ? ਅੱਜ ਜਿਹੜੇ 10 ਸੂਬਿਆਂ ਦਾ ਵੀ ਆਇਆ, ਉਹਦੇ ਚੋਂ ਸਭ ਤੋਂ ਵੱਧ
ਸਾਡੀ ਟੋਟਲ ਆਮਦਨ ਜਿਹੜੀ ਸੂਬੇ ਦੀ ਹੈ ਤੇ ਜਿਹੜੇ ਕਰਜ਼ੇ ਦੀ ਰੇਸ਼ੋ ਆ 45% ਆ, ਤੇ ਉਹ ਅਸੀਂ ਬਹੁਤ ਵੱਡੇ ਪੱਧਰ ਤੇ ਕਰਜ਼ਾਈ ਹੋ ਚੁੱਕੇ ਹਾਂ। ਸਾਡਾ ਦਿਵਾਲੀਆਪਣ ਦੀ ਸਟੇਜ ਦੇ ਅਸੀਂ ਨੇੜੇ ਪਹੁੰਚ ਰਹੇ ਹਾਂ। ਇਸ ਲਈ ਇਹ ਮੇਰੇ ਵੀਰ ਗੋਲ-ਮੋਲ ਅੰਕੜੇ ਦੇ ਕੇ ਆਹ ਕਰ ਦਿਆਂਗੇ ਉਹਨਾਂ 'ਚ ਨਹੀਂ ਕੁਝ ਬਣਨਾ ਹੈਗਾ। ਧਰਾਤਲ ਤੇ ਤੁਹਾਨੂੰ ਕਰਨਾ ਪੈਣਾ। ਉਸ ਲਈ ਮੈਨੂੰ ਥੋੜੀ ਚਿੰਤਾ ਹੋਈ ਜਾਂਦੀ ਹੈ ਕਿ ਕਿਤੇ ਵਾਕਿਆ ਹੀ ਕਿਤੇ ਖੇਲ ਸਾਰੀ ਅਜੇ ਚਾਹ ਵੀ ਪੂਰੇ ਨਹੀਂ ਹੋਏ, ਅਜੇ ਤੇ ਕੁਰਸੀਆਂ ਜਿਹੜੀਆਂ ਮਿਨਿਸਟਰਾਂ ਨੇ ਝਾੜ ਕੇ ਇੱਕੋ ਦਿਨ ਹੀ ਬੈਠੇ ਆ। ਇਹਦੋਂ ਪਹਿਲਾਂ ਕਿ ਉਹ ਉੱਥੇ ਉਹਨਾਂ ਨੂੰ ਚੰਗੀਆਂ ਲੱਗਣ ਲੱਗ ਜਾਣ, ਉਹਨਾਂ ਦੀ ਕੁਝ ਮਾੜਾ ਮੋਟਾ ਉਹਨਾਂ ਨੂੰ ਲੱਗੇ ਕਿ ਸਾਡੀ ਕੁਰਸੀ ਹੈ, ਵਿਸ਼ਵਾਸ ਹੋ ਜੇ, ਉਦੋਂ ਪਹਿਲਾਂ ਹੀ ਲੋਕ ਥੱਲਿਓਂ ਕੁਰਸੀਆਂ ਖਿੱਚਣ ਨਾ ਲੱਗ ਜਾਣ। ਜੋ ਅੱਜ ਦੀ ਮੈਂ ਤੁਹਾਨੂੰ ਗੱਲ ਕਹਿ ਰਿਹਾ, ਮੈਨੂੰ ਕੋਈ ਬਣਾ ਕੇ ਗੱਲ ਕਰਨ ਦੀ ਨਹੀਂ ਆਦਤ ਹੈ, ਮੈਂ ਸੱਚੀ ਗੱਲ ਦੱਸ ਰਿਹਾ ਵੀ ਤਨਖਾਹਾਂ ਪੁਲਿਸ ਨੂੰ ਨਹੀਂ ਮਿਲੀਆਂ ਅਜੇ ਤੱਕ, ਇਹ ਕਦੀ ਨਹੀਂ ਹੋਇਆ। ਤੇ ਇਹਦਾ ਮਤਲਬ ਅੱਗੇ ਆਗੇ ਦੇਖੋ ਹੋਤਾ ਹੈ ਕਿਆ। ਜੀ ਪ੍ਰੋਫੈਸਰ ਸਾਹਿਬ, ਅਗਲੀ ਗੱਲ ਜਿਹੜੀ ਹੈ ਕਿ ਵਾਤਾਵਰਨ ਨੂੰ ਕਿਸ ਤਰ੍ਹਾਂ ਬਚਾਉਣਾ। ਇੱਕ ਤਾਂ ਮੱਤੇਵਾੜਾ ਜੰਗਲ ਦੇ ਉੱਤੇ ਕਾਫੀ ਰੌਲਾ ਪਿਆ, ਸ਼ਾਇਦ 10 ਤਰੀਕ ਨੂੰ 10 ਜੁਲਾਈ ਨੂੰ ਇਕੱਠ ਸੱਦਿਆ ਗਿਆ। ਸੁਖਪਾਲ ਖਹਿਰਾ ਵੀ ਉੱਥੇ ਗੇੜਾ ਲਾ ਕੇ ਆ ਗਏ। ਬਾਕੀ ਸਿਆਸੀ ਪਾਰਟੀਆਂ ਤੋਂ ਵੀ ਹਮਾਇਤ ਮੰਗੀ ਜਾ ਰਹੀ ਹੈ ਕਿ ਆਓ ਰਲੀਏ, ਇੱਕ ਮੰਚ ਤੇ ਹੋਈਏ। ਸ਼ਾਮਲਾਟ ਜ਼ਮੀਨਾਂ ਦਾ ਵੀ ਬੜਾ ਰੌਲਾ ਪੈ ਰਿਹਾ ਕਿ ਦਲਿਤ ਭਾਈਚਾਰੇ ਨੂੰ ਕਿਸ ਢੰਗ ਨਾਲ ਦੇਣ ਦੀਆਂ ਗੱਲਾਂ ਹੁੰਦੀਆਂ ਸੀ ਤੇ ਹੁਣ ਕਿਸ ਪਾਸੇ ਵੱਲ ਨੂੰ ਸਰਕਾਰ ਤੁਰ ਪਈ ਹੈ। ਨਾਲੋਂ ਨਾਲ ਗੱਲ ਇੱਕ ਮੇਰੇ ਧਿਆਨ ਵਿੱਚ, ਮੈਂ ਨਾਲ ਇੱਕ ਹੋਰ ਖਬਰ ਜੋੜ ਦਿੰਦਾ ਕਿ ਨਹਿਰੀ ਪਾਣੀ ਜਾਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਸੀ, ਉਹ ਸਮਾਂ ਵੀ ਦਿੱਤਾ ਉਹਨਾਂ ਨੇ, ਜਾ ਕੇ ਉੱਥੇ ਇਕੱਠੇ ਹੋਏ, ਪਰ ਉੱਥੇ ਮੁੱਖ ਮੰਤਰੀ ਸਾਹਿਬ ਮਿਲੇ ਨਹੀਂ। ਕਹਿੰਦੇ ਕੋਈ ਰੁਝੇਵਾਂ ਪੈ ਗਿਆ ਤੇ ਅਫਸਰਾਂ ਨੂੰ ਅੱਗੇ ਕਰਤਾ। ਉਹ ਬਾਈਕਾਟ ਕਰਕੇ ਕਿਸਾਨ ਵਾਪਸ ਆ ਗਏ। ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਪਾਣੀਆਂ ਦੇ ਮੁੱਦੇ ਦੇ ਉੱਤੇ ਗੰਭੀਰ ਨਹੀਂ ਹੈਗੇ। ਇਹ ਠੀਕ ਹੈ, ਉਹ ਖਬਰ ਛਪੀ ਵੀ ਹੈਗੀ ਹੈ, ਇਹ ਤੇ ਮਾੜੀ ਗੱਲ ਹੈ। ਜੇ ਤੁਸੀਂ ਕਿਸਾਨਾਂ ਨੂੰ, ਜਿੱਥੇ ਅਮਿਤ ਸ਼ਾਹ ਆਪਣੇ ਖੁੰਡੇ ਵਾਲੇ ਲੀਡਰ ਨੂੰ, ਰੁਲਦੂ ਸਿੰਘ ਮਾਨਸਾ ਨੂੰ ਵੇਟ ਕਰਦਾ ਰਿਹਾ, ਜਾ ਕੇ ਆਪਣੇ ਪੁਲਿਸ ਵਾਲਿਆਂ ਨੂੰ ਭੇਜਿਆ ਕਿ ਉਹਨੂੰ ਯਾਰ ਰਾਹ ਨਹੀਂ ਲੱਭਾ, ਆਉਣ ਨਹੀਂ ਦਿੱਤਾ, ਉਹਨੂੰ ਵਾਪਸ ਲਿਆਓ, ਰੁੱਸ ਕੇ ਚਲਾ ਗਿਆ। ਅਮਿਤ ਸ਼ਾਹ ਵਰਗੇ ਹੋਮ ਮਿਨਿਸਟਰ ਜੇ ਇਹਨਾਂ ਕਿਸਾਨ ਲੀਡਰਾਂ ਦੀ ਇੰਨੀ ਇੱਜ਼ਤ ਕਰਦੇ ਸੀ, ਜਾਂ ਇਹਨਾਂ ਦਾ ਦਬਾਅ ਇੰਨਾ ਸੀ, ਇਹ ਆਪਣੀ ਇੰਨੀ ਇੱਜ਼ਤ ਉਹਨਾਂ ਤੋਂ ਕਰਵਾਉਂਦੇ ਸੀ, ਇੰਜ ਕਹਿ ਲਓ, ਤਾਂ ਜੇ ਚੀਫ ਮਿਨਿਸਟਰ ਇਸ ਤਰੀਕੇ ਨਾਲ ਕਰੂਗਾ ਤਾਂ ਫਿਰ ਉਹ ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ, ਇਹ ਤੇ ਬਲਦੀ ਤੇ ਤੇਲ ਹੀ ਪਊਗਾ। ਇਸ ਲਈ ਇਹ ਤੇ ਮਾੜੀ ਗੱਲ ਹੋਈ ਹੈ। ਕਿਸਾਨ ਵੀਰਾਂ ਨੂੰ ਜੇ ਤੁਹਾਡੇ ਕੋਲ ਕੋਈ ਐਮਰਜੈਂਸੀ ਕੰਮ ਪੈ ਗਿਆ, ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਸਾਨੂੰ ਵੇਲੇ ਸਿਰ ਦੱਸ ਦਿੰਦੇ, ਅਸੀਂ ਆਉਂਦੇ ਹੀ ਨਾ। ਕੋਈ ਕਿਤੋਂ ਆਇਆ, ਕੋਈ ਮੋਗਿਓਂ ਆਇਆ, ਕੋਈ ਬਠਿੰਡਿਓਂ ਆਇਆ, ਕੋਈ ਅੰਮ੍ਰਿਤਸਰੋਂ ਆਇਆ, ਕੋਈ ਕਿਤੋਂ ਤੇ ਮਿਲਣਾ ਸੀਗਾ। ਜਦੋਂ ਫਾਰਮਲ ਮੀਟਿੰਗ ਰੱਖੀ ਗਈ ਹੈ ਤੇ ਬਾਅਦ ਚ ਅਚਾਨਕ ਕਹਿ ਦੇਣਾ ਅਫਸਰਾਂ ਨੂੰ ਮਿਲ ਲਓ, ਅਫਸਰਾਂ ਨੂੰ ਕੱਲ ਹੀ ਮਿਲਣਾ ਉਹਨਾਂ ਨੇ। ਗੱਲ ਤੇ ਉਹਨਾਂ ਨੇ ਪੋਲੀਟੀਕਲ ਬੰਦੇ ਨਾਲ, ਜਿਹੜੇ ਚੁਣੇ ਨੁਮਾਇੰਦੇ, ਉਹਦੇ ਨਾਲ ਕਰਨਾ, ਕਿਉਂਕਿ ਉਹਦੇ ਵਾਅਦੇ ਦਾ ਕੋਈ ਅਰਥ, ਅਫਸਰ ਦੇ ਵਿੱਚ ਮਿਡਲਮੈਨ ਆ। ਚੰਗਾ ਜੀ, ਮੈਂ ਜਾ ਕੇ ਚੀਫ ਮਿਨਿਸਟਰ ਨੂੰ ਕਹਿ ਦੂੰਗਾ, ਇੰਜ ਕਹਿ ਕੇ ਚਲੇ ਜਾਣਗੇ ਅਫਸਰ ਪੱਲਾ ਚਾੜ ਕੇ। ਅਫਸਰ ਕੋਲ ਤੇ ਕੋਈ ਫੈਸਲਾ ਲੈਣ ਦੀ ਆਪਣੀ ਅਧਿਕਾਰ ਨਹੀਂ ਹੈ। ਉਹ ਇਸ ਕਰਕੇ ਨਾਰਾਜ਼ ਹੋ ਕੇ ਕਹਿੰਦੇ ਖਸਮਾਂ ਨੂੰ ਖਾਓ, ਅਸੀਂ ਨਹੀਂ, ਅਸੀਂ ਚੱਲੇ ਆ, ਤੇ ਬਾਅਦ ਚ ਜਦੋਂ ਬੁਲਾਓਗੇ ਫਿਰ ਅਸੀਂ ਇਹ ਪੁੱਛ ਲਾਂਗੇ ਕਿ ਫਿਰ ਠੀਕ ਹੈ, ਅੱਜ ਪੱਕਾ ਟਾਈਮ ਹੈ, ਕੋਈ ਹੋਰ ਤੇ ਨਹੀਂ ਕੰਮ ਪੈ ਜਾਊਗਾ, ਉਦੋਂ ਹੀ ਦੁਬਾਰਾ ਮਿਲਾਂਗੇ। ਇਹ ਜਿਹੜੀ ਗੱਲ ਅਸੀਂ ਅੱਗੇ ਵੀ ਕਰ ਚੁੱਕੇ ਹਾਂ। ਦੂਸਰੀ ਗੱਲ ਕਿ ਕਿੱਥੇ ਕਿੱਥੇ ਇੰਡਸਟਰੀ ਪੰਜਾਬ 'ਚ ਲੱਗਣੀ ਹੈਗੀ, ਉਹਦੇ 'ਚ 1100 ਏਕੜ ਰਾਜਪੁਰੇ ਦੇ ਵਿੱਚ ਕਹਿੰਦੇ ਇੰਡਸਟਰੀਅਲ ਪਾਰਕ ਬਣਾਉਣੀ ਆ। ਇਸੇ ਤਰੀਕੇ ਨਾਲ ਮੱਤੇਵਾੜੇ ਦੇ ਵਿੱਚ 950 ਏਕੜ ਦੀ, ਉਹ ਬੜੀ ਕੰਟਰੋਵਰਸੀ ਆ। ਮੱਤੇਵਾੜੇ 'ਚ ਮੈਂ ਤੁਹਾਨੂੰ ਵੈਸੇ ਦੱਸ ਦਿਆਂ, ਰੌਲਾ ਹੋਰ ਵੀ ਪੈ ਗਿਆ। ਉੱਥੇ 13.5 ਏਕੜ ਜਿਹੜੀ ਜ਼ਮੀਨ ਹੈ, ਜਾਨੀ 5.4 ਹੈਕਟੇਅਰ, ਬਹੁਤੇ ਤੇ ਏਕੜ ਹੀ ਲਿਖੀ ਜਾਂਦੀ, ਉਹ ਹੈਕਟੇਅਰ ਹੈ, ਤੇ 2.5 ਏਕੜ ਦਾ ਇੱਕ ਹੈਕਟੇਅਰ ਹੁੰਦਾ। ਇਹਦਾ ਮਤਲਬ ਆ ਕਿ 13.5 ਏਕੜ ਜ਼ਮੀਨ ਜੰਗਲ ਚੋਂ, ਜਿਹੜੀ ਕਿ ਦੂਜਿਆਂ ਨੂੰ ਤੇ ਤੁਸੀਂ ਛਡਾਈ ਜਾਂਦੇ ਆ ਸਰਕਾਰ, ਕਿਉਂਕਿ ਆਪਣੇ ਤੌਰ ਤੇ ਹੈਗੀ ਆ, ਉੱਥੇ ਦਰਖਤ ਕੱਟ ਕੇ, ਹੋਰ ਸਾਰਾ ਕੱਟ ਕੇ, ਈਕੋਸਿਸਟਮ ਨੂੰ ਖਰਾਬ ਕਰਕੇ ਰਾਹ ਕੱਢਣ ਲਈ ਇਹ ਜ਼ਮੀਨ ਦੇਤੀ ਹੈ ਕਿ ਇੱਧਰ ਦੀ ਤੁਸੀਂ ਕਰੋ। ਇਹਦਾ ਮਤਲਬ ਸਰਕਾਰ ਕਿਸੇ ਵੀ ਤਰੀਕੇ ਨਾਲ ਰੁਕਣਾ ਨਹੀਂ ਚਾਹੁੰਦੀ। ਇਹ ਬਹੁਤ ਹੈਰਾਨੀ ਦੀ ਗੱਲ ਆ। ਮੇਰਾ ਖਿਆਲ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ, ਵਿਰੋਧੀ ਪਾਰਟੀਆਂ, ਜਿਵੇਂ ਖਹਿਰਾ ਅੱਗੇ ਗਿਆ ਸੀ, ਹੋਰ ਵੀ ਗਈਆਂ ਸੀ, ਖੁਦ ਭਗਵੰਤ ਮਾਨ ਜਾ ਕੇ ਕਹਿ ਰਿਹਾ ਸੀ ਕਿ ਅਸੀਂ ਇਹ ਨਹੀਂ ਲੱਗਣ ਦਿਆਂਗੇ, ਆਪਣਾ ਰੰਗ ਬਦਲ ਲਿਆ। ਇਸ ਲਈ ਇੱਥੇ ਵੱਡਾ ਮੋਰਚਾ ਲਾਉਣਾ ਚਾਹੀਦਾ, ਨਹੀਂ ਤੇ ਪੰਜਾਬ ਲਈ ਜਿੰਨੀ ਘਾਤਕ ਉਹ ਹੋਊਗੀ। ਵੈਸੇ ਤੇ ਸਾਰੀ ਇੰਡਸਟਰੀ ਜਦ ਤੱਕ ਉਹ ਪੋਲਿਊਸ਼ਨ ਦਾ ਸਰਟੀਫਿਕੇਟ ਪੱਕੇ ਤੌਰ ਤੇ ਨਹੀਂ ਦੇਣ ਕਿ ਜ਼ੀਰੋ ਕਾਰਬਨ ਵਾਲੀ ਹੈ, ਇਹੋ ਜਿਹੀ ਤਾਂ ਕੋਈ ਇੰਡਸਟਰੀ ਹੈ ਨਹੀਂ ਜਿਹੜੀ ਪੋਲਿਊਸ਼ਨ ਨਹੀਂ ਕਰੂਗੀ। ਖਾਸ ਕਰਕੇ ਟੈਕਸਟਾਈਲ ਦੇ ਵਿੱਚ ਰੰਗਾਈ ਹੋਣੀ ਆ, ਰੰਗਾਈ ਕੈਮੀਕਲ ਹੈਗੇ ਆ। ਉਹ ਤੇ ਤੁਹਾਨੂੰ ਪਤਾ, ਲੁਧਿਆਣੇ ਦੇ ਵਿੱਚ ਬੋਰ ਕੀਤੇ ਹੋਏ ਆ, ਤੇ ਬੋਰ ਦੇ ਵਿੱਚ ਥੱਲੇ ਗਹਿਰੇ ਬੋਰ ਚ ਉਹਨੂੰ ਸਾਫ਼ ਕਰਕੇ ਪਾਣੀ ਬੁੱਢੇ ਨਾਲੇ ਚ ਵੀ ਨਹੀਂ ਸੁੱਟਦੇ, ਸਿੱਧਾ ਜ਼ਮੀਨ ਚ ਮਾਰੀ ਜਾਂਦੇ। ਤਾਂ ਲੁਧਿਆਣੇ ਦਾ ਥੱਲੇ ਵਾਲਾ ਪਾਣੀ ਪੀਣ ਦੇ ਲਾਇਕ ਨਹੀਂ ਛੱਡਿਆ।
ਔਰ ਕਿੰਨੇ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਦੀ ਰੰਗਾਈ ਚੱਲ ਰਹੀ ਹੈ। ਉਹ 70-75 ਸਾਲ ਉਦੋਂ ਪਹਿਲਾਂ ਦੀ ਟੈਕਸਟਾਈਲ ਇੰਡਸਟਰੀ ਆ। ਪਹਿਲਾਂ ਉੱਥੇ ਪਾਵਰਲੂਮ ਇੰਡਸਟਰੀ ਸੀ, ਫਿਰ ਹੋਰ ਇਹ ਮੇਰੇ ਵੇਖਣ ਦੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ, ਕਿਉਂਕਿ ਮੈਂ ਉੱਥੇ ਹੀ ਆਪਣੀ PhD ਲੁਧਿਆਣੇ ਦੀ ਇੰਡਸਟਰੀ ਦੀ ਹੌਜ਼ਰੀ ਤੇ ਹੀ ਕੀਤੀ ਹੋਈ ਆ ਵਰਕਰਾਂ ਦੇ ਉੱਤੇ। ਮੈਂ ਤੁਹਾਨੂੰ ਆਪਣੇ ਅਨੁਭਵ ਚੋਂ ਦੱਸ ਰਿਹਾ ਕਿ ਲੁਧਿਆਣਾ ਇਸੇ ਕਰਕੇ ਇੰਡਸਟਰੀ ਕਰਕੇ, ਜਿੱਥੇ ਉਹ ਸਾਨੂੰ ਬਹੁਤ ਲੋਕਾਂ ਨੂੰ ਕੰਮ ਮਿਲਦਾ। ਸਾਡੇ ਪੰਜਾਬੀਆਂ ਨੂੰ ਤੇ ਚਲੋ ਜਿੰਨਾ ਮਿਲਦਾ ਜ਼ਿਆਦਾ ਹਿਮਾਚਲ, ਯੂਪੀ, ਬਿਹਾਰ ਉਹਨਾਂ ਲੋਕਾਂ ਨੂੰ ਕੰਮ ਮਿਲਦਾ, ਪਰ ਉਹ ਵੀ ਚਲੋ ਕੰਮ ਹੀ ਆ। ਮੈਂ ਨਹੀਂ ਇਹ ਕਹਿੰਦਾ ਕਿ ਉਹਨਾਂ ਨੂੰ ਕੰਮ ਨਾ ਮਿਲੇ। ਸਵਾਲ ਇਹ ਹੈ ਕਿ ਜੇ ਪੰਜਾਬ ਦੇ ਲੋਕਾਂ ਦਾ ਸੰਕਟ ਹੱਲ ਕਰਨਾ, ਤੇ ਕੀ ਗਰੰਟੀ ਹੈ ਕਿ ਇੰਡਸਟਰੀ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਕੰਮ ਮਿਲੂਗਾ। ਇੰਡਸਟਰੀ ਇਹੋ ਜਿਹੀ ਟੈਕਨੀਕਲ ਇੰਡਸਟਰੀ ਲੈ ਕੇ ਆਓ ਤੁਸੀਂ, ਜਿਹਦੇ ਵਿੱਚ ਜਿਸ ਤਰ੍ਹਾਂ ਚਿਪ ਵੈਲੀ ਜਾਂ ਕੋਈ ਗ੍ਰੀਨ ਟਾਈਪ ਇੰਡਸਟਰੀ, ਜਿਹਦੇ ਵਿੱਚ ਕੋਈ ਪੋਲਿਊਸ਼ਨ ਨਾ ਹੋਵੇ, ਪਰ ਟੈਕਨੀਕਲੀ ਸਕਿਲਡ ਲੋਕ ਚਾਹੀਦੇ। ਉਹ 'ਚ ਪੰਜਾਬੀ ਕਾਫੀ ਕਾਬਲ ਹੈਗੇ, ਉਹ ਬਾਹਰ ਜਾ ਕੇ ਨਹੀਂ ਕੰਮ ਕਰਨਗੇ, ਇੱਥੇ ਕੰਮ ਕਰ ਲੈਣਗੇ। ਉਸ ਕਿਸਮ ਦੀ ਚਾਹੀਦੀ ਸਾਨੂੰ। ਇਹੋ ਜਿਹੀ ਇੰਡਸਟਰੀ ਨਹੀਂ ਚਾਹੀਦੀ ਜਿਹੜੀ ਪਹਿਲਾਂ ਹੀ ਭੱਠਾ ਬੈਠਾ ਵਾਤਾਵਰਨ ਦਾ, ਹੋਰ ਸਾਡਾ ਵਾਤਾਵਰਨ ਪਾਣੀ ਤੇ ਹਵਾ ਜ਼ਿਆਦਾ ਖਰਾਬ ਕਰੇ। ਉਹਦੇ 'ਚ ਆਖੇ ਤੇ ਲੱਗਣ ਵਾਲਾ ਕੋਈ ਹੈ ਨਹੀਂ, ਤੁਹਾਨੂੰ ਪਤਾ। ਉਹ ਇਹੀ ਜਾ ਕੇ ਜਿਹੜੇ ਪੋਲਿਊਸ਼ਨ ਕੰਟਰੋਲ ਵਾਲੇ ਆ ਦੱਸ ਕੇ ਆਉਂਦੇ ਆ ਕਿ ਤੁਸੀਂ ਕਿਵੇਂ ਹੇਰਾ ਫੇਰੀ ਮਤਲਬ ਕਰਕੇ ਤੇ ਸਾਡੇ ਰਿਕਾਰਡ ਨੂੰ ਵੀ ਠੀਕ ਰੱਖਣਾ ਤੇ ਆਪਣਾ ਪੋਲਿਊਸ਼ਨ ਵਾਲਾ ਕੰਮ ਵੀ ਤੁਸੀਂ ਜਾਰੀ ਰੱਖਣਾ। ਉਸ ਗੱਲ ਨੂੰ ਤੇ ਰੋਕਣਾ ਚਾਹੀਦਾ, ਕਿਉਂਕਿ ਸਿੱਧੇ ਦਾ ਸਿੱਧਾ ਸਤਲੁਜ ਉੱਥੋਂ 50 ਮੀਟਰ ਦੂਰ ਆ, ਉਹਦੇ 'ਚ ਸਾਰਾ ਗੰਦਾ ਪਾਣੀ ਇਹਨਾਂ ਨੇ ਸੁੱਟਣਾ ਹੀ ਸੁੱਟਣਾ। ਇਹੋ ਹੀ ਹਾਲ ਜਮਨਾ ਦਾ, ਇਹੋ ਹੀ ਹਾਲ ਗੰਗਾ ਦਾ। ਤੁਸੀਂ ਦੇਖਦੇ ਆ ਹਮੇਸ਼ਾ ਕੋਈ ਨਹੀਂ ਰੁਕਦਾ, ਕਿਉਂਕਿ ਸੱਤਾ ਉੱਪਰੋਂ ਉੱਪਰ ਚੱਲਦੀ ਆ, ਥੱਲੇ ਗਰੀਬ ਨੂੰ ਤੇ ਕੋਈ ਪੁੱਛਦਾ ਨਹੀਂ। ਜਿਹੜੇ 132 ਏਕੜ ਵਜ਼ੀਰਾਬਾਦ ਦੇ ਵਿੱਚ, ਉਹਦੇ ਚੋਂ 80 ਏਕੜ ਇੱਕ ਪਲਾਟ ਹੈ, 14 ਏਕੜ ਦਾ ਇੱਕ ਪਲਾਟ ਆ, 6 ਏਕੜ 3 ਏਕੜ ਦੇ ਕੁਝ ਹੋਰ ਪਲਾਟ ਕੱਟ ਕੇ ਜਿਹੜਾ 80 ਏਕੜ ਹੈ ਉਹ 'ਚ ਟੈਕਸਟਾਈਲ ਲਾਉਣੀ ਆ, ਵੱਡੀ ਇੰਡਸਟਰੀ। ਇੱਕ ਕਾਰਗਿਲ ਨੂੰ 14 ਏਕੜ ਵਾਲਾ ਦੇ ਦਿੱਤਾ ਹੈਗਾ। ਤਾਂ ਉਹ ਪਤਾ ਨਹੀਂ ਕਾਰਗਿਲ ਉੱਥੇ ਕੀ ਕਰੂਗੀ, ਕਿੱਦਾਂ ਨਹੀਂ। ਉਹ ਆਪਣੇ ਆਪ 'ਚ ਕਈ ਕਿਸਮ ਦੀ ਇੰਟਰਨੈਸ਼ਨਲ ਮਲਟੀਨੈਸ਼ਨਲ ਕੰਪਨੀ ਹੈਗੀ ਆ। ਤਾਂ ਉੱਥੇ ਇਸ ਭਰੋਸੇ ਨਾਲ ਕਿ 2700 ਨੌਕਰੀਆਂ ਕੱਢਾਂਗੇ। ਜੇ ਨਹੀਂ ਕੱਢਦੇ 2700 ਫਿਰ ਕੀ ਕਰੋਗੇ? ਫਿਰ ਉਹਨਾਂ ਨੂੰ ਕੱਢ ਦਿਓਗੇ, ਇੱਥੇ ਕੁਝ ਨਹੀਂ ਕਰ ਸਕਦੇ ਤੁਸੀਂ। ਉਹ ਕਹਿਣਗੇ ਜੀ ਸਾਨੂੰ ਨਵੀਂ ਮਸ਼ੀਨਰੀ ਮਿਲ ਗਈ, ਅਸੀਂ ਕਰਦੇ। ਇਹ ਸਾਰੀਆਂ ਲੋਕਾਂ ਨੂੰ ਭਰਮਾਉਣ ਦੀਆਂ, ਲੋਕਾਂ ਦੇ ਵਿੱਚ ਉਸ ਪ੍ਰੋਜੈਕਟ ਨੂੰ ਪ੍ਰਵਾਨਤਾ ਲੈਣ ਲਈ, ਮਕਬੂਲੀਅਤ ਕਰਵਾਉਣ ਲਈ ਇਸ ਇਹੋ ਜਿਹਾ ਹਰ ਇੰਡਸਟਰੀ, ਹਰ ਕਾਰਪੋਰੇਟ ਆਉਂਦਾ ਇਹ ਗੱਲਾਂ ਕਰਦਾ। ਪਰ ਜੇ ਤੁਸੀਂ ਉੱਥੇ ਟੈਕਸਟਾਈਲ ਲਾਉਣੀ ਆ, ਇਹ ਸਮਝ ਲਓ ਕਿ ਜੋ ਲੁਧਿਆਣੇ ਨੇ, ਲੁਧਿਆਣੇ ਵਾਸੀਆਂ ਦਾ ਜਾਂ ਇਲਾਕੇ ਦਾ ਪੂਰਾ ਕੀਤਾ, ਉਹੋ ਹੀ ਉੱਥੇ ਹੋਣਾ। ਇਸ ਕੰਮ ਤੋਂ ਬਾਅਦ ਆਉਣਾ ਚਾਹੀਦਾ। ਔਰ ਪਰਦੇ ਦੇ ਪਿੱਛੇ ਇਸ ਇੰਡਸਟਰੀ ਨੂੰ ਲਿਆਉਣ ਲਈ ਕੀ ਕੁਝ ਚੱਲ ਰਿਹਾ, ਇਹਦੀ ਖੇਲ ਤੇ ਬਾਅਦ 'ਚ ਪਤਾ ਲੱਗੂਗੀ, ਜਦੋਂ ਉੱਥੇ ਕਿਹੋ ਜਿਹੀ ਇੰਪਲਾਇਮੈਂਟ ਆਉਂਦੀ ਆ, ਕੌਣ ਲੋਕ ਉੱਥੇ ਕੰਮ ਕਰਨ ਲਈ ਆਉਂਦੇ ਆ। ਪਰ ਜੇ ਨਮੂਨੇ ਤੌਰ ਤੇ ਲੈਣਾ, ਤੇ ਲੁਧਿਆਣੇ ਦੀ ਜਿੰਨੀ ਟੈਕਸਟਾਈਲ ਇੰਡਸਟਰੀ ਆ, ਉਹਦੇ 'ਚ ਕਿੰਨੇ % ਪੰਜਾਬੀ ਕੰਮ ਕਰਦੇ ਆ, ਕਿੰਨੇ ਯੂਪੀ, ਬਿਹਾਰ ਜਾਂ ਮੱਧ ਪ੍ਰਦੇਸ਼ ਜਾਂ ਹੋਰਨਾਂ ਰਾਜਸਥਾਨ ਦੇ ਲੋਕ ਕੰਮ ਕਰਦੇ, ਖਾਸ ਕਰ ਯੂਪੀ, ਬਿਹਾਰ ਦੇ। ਯੂਪੀ ਦੇ ਬਹੁਤ ਕੰਮ ਕਰਦੇ ਆ। ਉਹਦਾ ਤੁਸੀਂ ਜਾ ਕੇ ਅੰਦਾਜ਼ਾ ਉੱਥੇ ਲਾ ਸਕਦੇ ਆ। ਫਿਰ ਸਾਡਾ ਪੰਜਾਬ ਦਾ ਭਲਾ ਇਸ ਕਿਸਮ ਦੀ ਇੰਡਸਟਰੀ ਤੋਂ ਕਿੰਨਾ ਕੁ ਹੋਊਗਾ, ਇਹ ਸਾਨੂੰ ਪਹਿਲਾਂ ਉਹਦੀ ਆਡਿਟਿੰਗ, ਬਜਟਿੰਗ ਕਰ ਲੈਣੀ ਚਾਹੀਦੀ। ਜੀ ਪ੍ਰੋਫੈਸਰ ਸਾਹਿਬ, ਇੱਕ ਹੋਰ ਚੰਗੀ ਖਬਰ ਕਿ ਵਾਤਾਵਰਨ ਨੂੰ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਜਿੱਥੇ-ਜਿੱਥੇ ਉਹਨਾਂ ਦੀਆਂ ਸ਼੍ਰੋਮਣੀ ਕਮੇਟੀ ਦੇ ਅਧੀਨ ਜ਼ਮੀਨਾਂ ਨੇ 21 ਏਕੜ ਨੂੰ ਕਹਿੰਦੇ ਅਸੀਂ ਜੰਗਲ ਦੇ ਵਿੱਚ ਆਬਾਦ ਕਰ ਦਿਆਂਗੇ। ਇੱਕ ਚੰਗਾ ਸੁਨੇਹਾ ਆ, ਇਹਦੀ ਵੀ ਗੱਲ ਜਿਹੜੀ ਉਹ ਹੋਣੀ ਚਾਹੀਦੀ ਹੈ। ਮੈਂ ਨਾਲੋਂ ਨਾਲ ਗੱਲ ਹੁਣ ਆਪਾਂ ਕੌਮੀ ਜਿਹੜੀ ਸਿਆਸਤ ਆ ਉਧਰ ਨੂੰ ਆਈਏ ਕਿ ਅਰਵਿੰਦ ਕੇਜਰੀਵਾਲ ਹੋਰੀ ਇਸ ਗੱਲ ਦਾ ਉਹਨਾਂ ਨੂੰ ਡਰ ਸਤਾ ਰਿਹਾ ਕਿ ਭਾਜਪਾ ਜਿਹੜੀ ਆ ਉਹ ਦਿੱਲੀ ਨੂੰ ਯੂਟੀ ਬਣਾ ਦੇਗੀ। ਜਦੋਂ ਤੋਂ ਉਹਨਾਂ ਨੇ ਇਹ ਗੱਲ ਦਿੱਲੀ ਦੀ ਵਿਧਾਨ ਸਭਾ 'ਚ ਕਹੀ ਹੈ ਤਾਂ ਚਰਚਾਵਾਂ ਬਹੁਤ ਤੇਜ਼ ਹੋ ਗਈਆਂ ਕਿ ਜੇ ਦਿੱਲੀ ਦੀ ਯੂਟੀ ਬਣ ਗਈ ਤੇ ਉੱਥੇ ਤਾਂ ਮੁੱਖ ਮੰਤਰੀ ਦਾ ਰਾਜ ਰਹਿਣਾ ਨਹੀਂ, ਤੇ ਮਤਲਬ ਕਿ ਅਰਵਿੰਦ ਕੇਜਰੀਵਾਲ ਹੋਰੀ ਕਿ ਫੁੱਲ ਐਂਡ ਫਾਈਨਲ ਹੋ ਕੇ ਆ ਕੇ ਪੰਜਾਬ ਨੂੰ ਸੰਭਾਲਣਗੇ ਤੇ ਅੱਗੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਿਆਸਤ ਕੀ ਹੋਏਗੀ। ਬੜੇ ਤਰ੍ਹਾਂ ਦੇ ਇਲਜ਼ਾਮ ਲਾਏ ਉਹਨਾਂ ਨੇ। ਦੇਖੋ ਕੇਜਰੀਵਾਲ ਵੀ ਇੱਕ ਬੜਾ ਅਲਰਟ ਪੋਲੀਟੀਸ਼ੀਅਨ ਆ। ਜੇ ਉਹਨੂੰ ਮਾੜਾ ਜਿਹਾ ਵੀ ਕਿਤੇ ਸ਼ੱਕ ਹੋ ਜਾਏ ਕਿ ਵੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ, ਉਹ ਪਹਿਲਾਂ ਹੀ ਰੌਲਾ ਪਾਉਂਦਾ ਵੀ ਅਜੇ ਜੇ ਕੋਈ ਗੱਲ ਨਿਊਯਾਰਕ 'ਚ ਆ, ਉਹਨੇ ਇਹ ਕਹਿ ਦੇਣਾ ਵੀ ਦਿੱਲੀ 'ਚ ਆ ਗਈ, ਉਹ ਦਿੱਲੀ 'ਚ ਪਹੁੰਚ ਗਈ ਆ, ਤੁਹਾਨੂੰ ਨਹੀਂ। ਮਤਲਬ ਇਸ ਕਿਸਮ ਦਾ ਇਹ ਉਹਦੀ ਮਤਲਬ ਇੱਕ ਪੋਲਿਟਿਕਸ ਦਾ ਜਾਂ ਇੰਝ ਕਹਿ ਲਓ ਇੰਟੈਲੀਜੈਂਸ ਦਾ ਥੋੜਾ ਜਿਹਾ ਸ਼ਾਰਪ ਮਾਈਂਡ ਦਾ ਹਿੱਸਾ ਸਮਝ ਲਓ। ਪਰ ਇਹ ਗੱਲ ਮੈਨੂੰ ਇਹਦੇ 'ਚ ਜਦ ਤੱਕ ਕੋਈ ਗੱਲ ਚੱਲੀ ਨਹੀਂ, ਉਹਨੂੰ ਕਿਤੇ ਨਾ ਕਿਤੇ ਉਹ ਲੱਗਾ ਹੋਣਾ, ਆਪਣੇ ਮਨ 'ਚ ਇੱਕ ਡਰ ਪੈਦਾ ਹੋਇਆ ਹੋਣਾ ਕਿ ਜੇ ਯੂਨੀਅਨ ਟੈਰੀਟਰੀ ਬਣਾਤੀ ਤੇ ਫਿਰ ਮੈਂ ਕੀ ਕਰੂੰਗਾ। ਫਿਰ ਤੇ ਮੈਂ ਜਿਹੜੀ ਮਾੜੀ ਮੋਟਾ ਅੱਧ ਪਚਦਾ ਜਾਂ ਚੀਫ ਮਿਨਿਸਟਰ ਆ ਉਹ ਵੀ ਜਾਂਦਾ ਲੱਗੂਗਾ। ਫਿਰ ਪਾਰਟੀ ਦਾ ਇੱਕ ਕਿੱਲਾ ਇੱਥੇ ਗੱਡਿਆ
ਦਿੱਲੀ ਮਾਡਲ ਜੇ ਮਾਡਲ ਹੀ ਚਲਾ ਗਿਆ ਤੇ ਫਿਰ ਮੈਂ ਗਾਂ ਉਹਦੇ ਪ੍ਰਚਾਰ ਕਿੱਥੋਂ ਕਰੂੰਗਾ? ਫਿਰ ਤੇ ਪੰਜਾਬ ਮਾਡਲ ਕਹਿਣਾ ਪਊਗਾ। ਪੰਜਾਬ ਮਾਡਲ ਇਹ ਆਪਣੇ ਆਪ 'ਚ ਸੰਕਟ 'ਚ ਆ। ਉਹਨੂੰ ਆਪਣੀ ਪ੍ਰਧਾਨ ਮੰਤਰੀ ਦੀ ਜਿਹੜੀ ਉਹਦੇ ਦਿਮਾਗ ਦੇ ਵਿੱਚ ਸੁਪਨੇ 'ਚ ਕੁਰਸੀ ਸੋਨੇ ਦੀਆਂ ਬਾਹਾਂ ਵਾਲੀ ਲੱਗੀ ਹੋਈ ਹੈ, ਉਹਦਾ ਡਾਵਾਂਡੋਲ ਜਿਹਾ ਹੁੰਦਾ, ਉਹਨੂੰ ਚਿੰਤਾ ਲੱਗ ਜਾਂਦੀ ਹੈ। ਇਹ ਜਦੋਂ ਕਿਸੇ ਦਾ ਘਰ ਦੇ ਵਿੱਚ ਹੀ ਸੰਨ ਲੱਗ ਜਾਏ ਤੇ ਕੁਦਰਤੀ ਔਰ ਰੌਲਾ ਤੇ ਪਾਊਗਾ ਹੀ। ਇਹ ਹੁਣ ਬੀਜੇਪੀ ਦੱਸੇ, ਬੀਜੇਪੀ ਜਵਾਬ ਦੇਵੇ ਕਿ ਕੀ ਇਹ ਯੂਨੀਅਨ ਟੈਰੀਟਰੀ ਇਹਨੂੰ ਪਹਿਲਾਂ ਵਾਂਗੂ ਬਣਾ ਲਏ। ਇਹ ਤੇ ਕਹਿ ਰਹੇ ਸੀਗੇ ਫੁੱਲ ਸਟੇਟ ਬਣਾਉਣੀ ਆ, ਫੁੱਲ ਸਟੇਟ ਲਈ ਕਿਉਂ ਨਹੀਂ ਹੜਤਾਲ ਕਰਦੇ? ਕੇਜਰੀਵਾਲ ਦੇ ਇੰਨੇ ਫਾਲੋਅਰ ਆ, 62 MLA ਆ, ਕਿਉਂ ਨਹੀਂ ਜਾ ਕੇ ਜੰਤਰ ਮੰਤਰ ਤੇ ਬਹਿੰਦੇ ਵੀ ਇਹਨੂੰ ਫੁੱਲ ਸਟੇਟ ਬਣਾਓ? ਤੇ ਜੇ ਹੁਣ ਤੁਸੀਂ ਜੰਮੂ ਕਸ਼ਮੀਰ ਨੂੰ ਧਾਰਾ 370 ਹਟਾ ਕੇ ਸੂਬੇ ਤੋਂ ਯੂਨੀਅਨ ਟੈਰੀਟਰੀ ਬਣਾਉਣ ਦੇ ਵਿੱਚ ਤਾੜੀ ਮਾਰਦੇ ਸੀ ਵੀ ਕਰੀ ਚੱਲੋ, ਤਾਂ ਫਿਰ ਤੁਹਾਨੂੰ ਹੁਣ ਕੀ ਦਿੱਕਤ ਆ? ਹੁਣ ਦੇਖੋ ਨਾ, ਬਰਦਾਸ਼ਤ ਕਰੋ ਨਾ। ਜਦੋਂ ਤੁਹਾਡੇ ਤੇ ਘਵਾੜਾ ਚੱਲੂਗਾ ਫਿਰ ਤੁਸੀਂ ਮੂੰਹ ਕਿਵੇਂ ਖੋਲੋਗੇ? ਇਸ ਲਈ ਇਹ ਜਿਹੜੀਆਂ ਦੋਹਰੀ ਗੱਲ ਨਹੀਂ ਹੋਣੀ ਚਾਹੀਦੀ। ਮੈਨੂੰ ਐਵੇਂ ਲੱਗਦਾ ਕਿ ਪਹਿਲੀਆਂ ਜਿਹੜੀਆਂ ਗਲਤੀਆਂ ਉਹ ਵੀ ਕੇਜਰੀਵਾਲ ਉਹਨਾਂ ਨੂੰ ਆਪਣੀ ਰਾਜਨੀਤਿਕ ਗਲਤੀਆਂ ਨੂੰ ਠੀਕ ਕਰਨਾ ਚਾਹੀਦਾ, ਤੇ ਨਾਲੋਂ ਨਾਲ ਜਿਹੜਾ ਲੋੜ ਹੈਗੀ ਇਸ ਗੱਲ ਦੀ ਕਿ ਜਿਹੜੇ ਕੇਜਰੀਵਾਲ ਜੀ ਹੈਗੇ ਆ, ਉਹ ਇਸ ਗੱਲ ਦਾ ਸਿਰਫ ਇੱਕ ਹਵਾ ਖੜਾ ਕਰਨ ਦੀ ਜਗ੍ਹਾ, ਇੱਕ ਪ੍ਰੋਪੇਗੈਂਡਾ ਮਸ਼ੀਨਰੀ ਬਣਾਉਣ ਦੀ ਜਗ੍ਹਾ ਇਹ ਕੋਸ਼ਿਸ਼ ਕਰਨ ਕਿ ਕੀ ਵਾਕਿਆ ਹੀ ਕੋਈ ਲੋਕਾਂ ਦੇ ਸਾਹਮਣੇ ਤੱਥ ਰੱਖਣ ਕਿ ਕੋਈ ਕਿਤੇ ਮੀਟਿੰਗ ਹੋਈ ਹੈ, ਕਿਤੇ ਕੋਈ ਫੈਸਲਾ ਹੋਇਆ। ਉਹ ਤੇ ਇਹ ਵੀ ਕਹਿ ਰਹੇ ਕਿ ਮੇਰੇ ਤੇ ਕੇਸ ਬਣਨਗੇ ਜਾਂ ਇਹਦੇ ਤੇ ਸਿਸੋਦੀਆ ਦੇ ਕੇਸ ਬਣਨਗੇ। ਪਹਿਲਾਂ ਉਹਨਾਂ ਦੇ ਇੱਕ ਮਿਨਿਸਟਰ ਦੇ ਉੱਤੇ ਉੱਥੇ ਕੇਸ ਬਣਾਤੇ ਆ, ਇਹ ਉਹ ਈਡੀ ਲਾਤੀ, ਇਹ ਲਾਤੀ। ਇਹ ਤੇ ਹਰ ਕਿਸੇ ਦੇ ਪਿੱਛੇ ਹੀ ਆ। ਇਹ ਕਈ ਪਾਰਟੀਆਂ ਤੇ ਚੁੱਪ ਕਰਕੇ ਹੀ ਬੈਠ ਗਈਆਂ, ਕਈ ਲੀਡਰ ਚੁੱਪ ਕਰਕੇ ਬੈਠ ਗਏ, ਕਈ ਲੀਡਰ ਨਾਲ ਜਾ ਕੇ ਰਲ ਗਏ ਡਰਦੇ ਮਾਰੇ। ਇਹ ਤੇ ਚੱਲ ਹੀ ਰਿਹਾ। ਇਸ ਲਈ ਤੁਸੀਂ ਤਾਂ ਇੱਕ ਦਿੱਲੀ 'ਚ ਬਰਾਬਰ ਦੇ ਧਿਰ ਬੈਠੇ ਆ। ਜੇ ਤੇ ਕੋਈ ਤੁਹਾਡੇ ਕੋਲ ਫੈਕਟ ਹੈਗੇ ਲੋਕਾਂ ਸਾਹਮਣੇ ਆਉਣੇ ਚਾਹੀਦੇ ਆ, ਲੋਕ ਤੁਹਾਡੇ ਨਾਲ ਖੜੇ ਹੋਣਗੇ। ਪਰ ਜੇ ਤੁਸੀਂ ਆਪ ਹੀ ਵੈਸੇ ਹੀ ਡਰਾਉਣਾ ਘਾਹ ਦਾ ਖੜਾ ਕਰਕੇ ਕਹਿ ਦੋਗੇ ਹਮਲਾ ਹੋ ਰਿਹਾ, ਹਮਲਾ ਹੋ ਰਿਹਾ, ਤੇ ਉਹ ਬੰਦੇ ਆ ਗਏ, ਫੌਜੀ ਆ ਗਏ, ਫੌਜੀ ਆ ਗਏ, ਤਾਂ ਉਹ ਲੋਕੀ ਨਹੀਂ ਮੰਨਣਗੇ। ਬਿਲਕੁਲ ਪ੍ਰੋਫੈਸਰ ਸਾਹਿਬ, ਮੇਰਾ ਆਖਰੀ ਸਵਾਲ ਹੈ। ਚਲੋ ਇਹ ਤਾਂ ਇਹਨਾਂ ਨੂੰ ਤਾਂ ਦਿੱਲੀ ਵਾਲਿਆਂ ਨੂੰ ਤਾਂ ਡਰ ਹੀ ਸਤਾਇਆ ਰਹਿੰਦਾ ਕਿ ਸਾਨੂੰ ਬੀਜੇਪੀ ਇਸ ਤਰ੍ਹਾਂ ਨਾ ਕਰਦੇ, ਕਿਉਂਕਿ ਜੋ ਕੁਝ ਮਹਾਰਾਸ਼ਟਰ 'ਚ ਹੋਇਆ ਤੇ ਫੂਕ ਫੂਕ ਕੇ ਪੈਰੇ ਵੀ ਧਰਦੇ ਨੇ ਕਿ ਪਤਾ ਨਹੀਂ ਹੁਣ ਕਿਹੜੇ ਪਾਸੇ ਨੂੰ ਇਹਨਾਂ ਨੇ ਚੱਲ ਪੈਣਾ। ਜਿਸ ਤਰ੍ਹਾਂ ਦੀਆਂ ਗਰੰਟੀਆਂ ਇਹਨਾਂ ਦੀਆਂ ਚੱਲ ਰਹੀਆਂ ਨੇ, ਪੰਜਾਬ 'ਚ ਹੋ ਗਈਆਂ ਮਕਬੂਲ, ਹਿਮਾਚਲ ਤੇ ਗੁਜਰਾਤ ਦੀ ਤਿਆਰੀ 'ਚ ਬੈਠੇ ਨੇ। ਕਹਿੰਦੇ ਸਿਸੋਦੀਆ ਸਾਹਿਬ ਨੂੰ ਅਗਸਤ ਦੇ ਆਖਰੀ ਹਫ਼ਤੇ, ਸ਼ਾਇਦ ਆਖਰੀ ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲੈਣਾ। ਇਸ ਤਰ੍ਹਾਂ ਦੀਆਂ ਚਰਚਾਵਾਂ, ਚਲੋ ਉਹ ਤਾਂ ਮਿੰਨਾ ਹੱਸ ਰਹੇ ਸੀ ਵਿਧਾਨ ਸਭਾ ਦੇ ਵਿੱਚ, ਇਹ ਤਾਂ ਚੱਲਦਾ ਰਹਿਣਾ। ਮੇਰਾ ਆਖਰੀ ਸਵਾਲ ਜਿਹੜਾ ਆ ਕਿ ਨੂਪੁਰ ਸ਼ਰਮਾ ਦੇ ਮਸਲੇ ਤੇ ਜੋ ਕੁਝ ਉਹਨੇ ਬੋਲਿਆ ਸੀ, ਉਹਨੂੰ ਲੈ ਕੇ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਆਫ ਦੀ ਰਿਕਾਰਡ ਕਹਿ ਲਓ ਕਿ ਉਹ ਰਿਕਾਰਡ ਦੇ ਵਿੱਚ ਨਹੀਂ ਆਇਆ, ਟਿੱਪਣੀ ਕੀਤੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ, ਉਹਨੂੰ ਲੈ ਕੇ ਅਜੀਬ ਕਿਸਮ ਦੀ ਸਿਆਸਤ ਸ਼ੁਰੂ ਹੋ ਗਈ ਆ ਕਿ ਦੂਜੇ ਬੰਨਿਓ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਸਾਬਕਾ ਨੇ, ਉਹੀ ਸਾਹਮਣੇ ਆ ਕੇ ਕਹਿੰਦੇ ਨੇ ਕਿ ਮਾਨਯੋਗ ਸੁਪਰੀਮ ਕੋਰਟ ਤੋਂ ਇਹ ਦੇ ਮੰਚ ਤੋਂ ਇਹ ਸ਼ੋਭਾ ਨਹੀਂ ਸੀ ਦਿੰਦਾ, ਇਹ ਇਸ ਤਰ੍ਹਾਂ ਜਾਂ ਉਸ ਤਰ੍ਹਾਂ। ਟਵਿੱਟਰ ਤੇ ਇਹਦੇ ਤੇ ਟੈਗ ਵੀ ਚੱਲਣ ਲੱਗ ਗਏ ਸੀਗੇ। ਦੇਖੋ ਸੁਖਵਿੰਦਰ, ਬੜੀ ਅਜੀਬ ਗੱਲ ਆ। 70 ਬੰਦਿਆਂ ਨੇ, ਜਿਹਦੇ ਵਿੱਚੋਂ ਕੋਰਟਾਂ ਦੇ ਰਿਟਾਇਰਡ ਜੱਜ, ਪ੍ਰੈਜ਼ੈਂਟ ਵਾਲਾ ਕੋਈ ਨਹੀਂ ਹੈ, IAS ਅਫਸਰ ਹੈਗੇ ਆ, ਕੁਝ ਡਿਫੈਂਸ ਸਿਸਟਮ ਦੇ ਵੱਡੇ ਜਨਰਲ ਜਿਹੜੇ ਸਾਰੇ ਹੈਗੇ ਵੱਡੇ ਅਹੁਦਿਆਂ ਤੇ ਬੈਠੇ ਜਿਹੜੇ ਰਿਟਾਇਰਡ ਲੋਕ ਆ, 70 ਬੰਦਿਆਂ ਨੇ ਇੱਕ ਚਿੱਠੀ ਲਿਖੀ ਹੈ ਕਿਹਨੂੰ? ਸੁਪਰੀਮ ਕੋਰਟ ਨੂੰ। ਕਿ ਦੇਖੋ ਜੀ, ਜਿਹੜੀ ਝਾੜ ਝੰਬ ਇੰਨੇ ਸਖਤ ਸ਼ਬਦਾਂ ਦੇ ਵਿੱਚ ਨੂਪੁਰ ਸ਼ਰਮਾ ਦੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਲੇਡੀ ਦੀ ਵਜ੍ਹਾ ਦੇ ਨਾਲ ਸਾਰੇ ਦੇਸ਼ ਦੇ ਵਿੱਚ ਅੱਗ ਲੱਗੀ ਹੋਈ ਹੈ, ਤੇ ਤੁਸੀਂ ਚਾਹੁੰਦੇ ਆ ਕਿ ਇੱਥੇ ਤੁਹਾਡੇ ਸਾਰੇ ਕੇਸ ਇਕੱਠੇ ਕਰ ਦਿੱਤੇ ਜਾਣ, ਤੁਹਾਨੂੰ ਸਾਰੇ ਦੇਸ਼ ਦੇ ਉੱਤੋਂ ਮਾਫੀ, ਦੇਸ਼ ਕੋਲੋਂ ਮਾਫੀ ਮੰਗਣਾ ਚਾਹੁੰਦੇ ਆ, ਤੁਸੀਂ ਆਪਣੀ ਮੂੰਹ ਤੇ ਲਗਾਮ ਨਹੀਂ ਰੱਖਦੇ। ਇਹੋ ਜਿਹੇ ਸ਼ਬਦ ਸੀਗੇ, ਕਾਫੀ ਸਖਤ ਸ਼ਬਦ ਸੀਗੇ। ਤੇ ਕਈਆਂ ਦੇ ਢਿੱਡ 'ਚ ਪੀੜ ਹੋਈ ਵੀ ਹਾਂ, ਸਾਡੀ ਬਿੱਲੀ ਸਾਨੂੰ ਮਿਆਉ, ਅਸੀਂ ਤੇ ਇਹਨਾਂ ਕੋਰਟਾਂ ਨੂੰ ਜਾਂ ਉਹਨਾਂ ਨੂੰ ਆਪਣੇ ਤੋਂ ਉੱਪਰ ਥੋੜੀ ਸਮਝਦੇ ਆ। ਇਹ ਜੱਜ ਸਾਹਿਬਾਨ ਦਾ ਜੇ ਅੱਜ ਇੰਨਾ ਮੂੰਹ ਖੁੱਲ ਗਿਆ, ਕੱਲ ਨੂੰ ਹੋਰ ਖੁੱਲ ਜੂਗਾ। ਇਹ ਮੋਦੀ ਤੱਕ ਵੀ ਆ ਜਾਣਗੇ, ਰਫਾਲ ਤੱਕ ਵੀ ਆ ਜਾਣਗੇ, ਜਾਂ ਕੋਈ ਇਸ ਤਰ੍ਹਾਂ ਨਾ ਹੋਵੇ। ਤੇ ਉਹਨਾਂ ਨੇ ਕੁਝ ਭੈ ਪੈਦਾ ਕਰਨ ਲਈ ਜਾਂ ਜੱਜਮੈਂਟਾਂ ਜਿਹੜੀਆਂ ਜੋ ਜਿਸ ਤਰ੍ਹਾਂ ਜੱਜ ਸਾਹਿਬਾਨ ਦੇਣੀਆਂ ਚਾਹੁੰਦੇ ਆ ਫ੍ਰੀ ਐਂਡ ਫੇਅਰ, ਉਹਨੂੰ ਦੋ ਵਾਰੀ ਸੋਚ ਕੇ ਜੱਜਮੈਂਟ ਦੇਣ। ਤੇ ਇਸ ਲਈ ਇੱਕ ਚਿੱਠੀ ਓਪਨ ਲੈਟਰ ਕੱਢੀ ਹੈ ਨੂਪੁਰ ਸ਼ਰਮਾ ਦੇ ਹੱਕ 'ਚ। ਜਾਣੀ ਸਮਝ ਲਓ ਕਿ ਜਿਹੜੇ ਹੁਣ ਵਾਲੇ ਸਿਸਟਮ ਦੇ ਅਪੰਛਕ ਹੈਗੇ ਆ, ਬੜੇ ਖੁਸ਼ ਆ ਕਿ ਇੱਥੇ ਦੇਸ਼ ਦੇ ਅੰਦਰ ਨਫ਼ਰਤ ਫੈਲ ਰਹੀ ਹੈ,
ਫਿਰਕਾਪ੍ਰਸਤੀ ਫੈਲ ਰਹੀ ਆ, ਉਹਦੀ ਜ਼ਹਿਰ ਫੈਲ ਰਹੀ ਹੈ, ਤੇ ਉਹ ਇਸ ਸਿਸਟਮ ਨੂੰ ਆਪਣੇ ਢੰਗ ਦੇ ਨਾਲ ਇੱਕ ਡਿਫੈਂਸ ਦੇ ਉੱਤੇ ਆਏ। ਨਾਲ ਆਰਗੂਮੈਂਟ ਕੀ ਹੈ ਕਿ ਇਹ ਜੀ ਜਿਹੜੀ ਸੁਪਰੀਮ ਕੋਰਟ ਦੀ ਪ੍ਰੈਸੀਡੈਂਟ ਆ, ਰਵਾਇਤਾਂ ਆ, ਉਹਦੇ ਬਿਲਕੁਲ ਉਲਟ ਆ। ਤੁਸੀਂ ਰਵਾਇਤਾਂ ਪਾਉਣੀਆਂ ਨਹੀਂ ਹੈਗੀਆਂ। ਮੈਨੂੰ ਇਹ ਦੱਸੋ ਕਿ ਜੇ ਕੋਈ ਸਾਡੀਆਂ ਪੁਰਾਣੀਆਂ ਰਵਾਇਤਾਂ ਉਹ ਲੋਕਾਂ ਨੂੰ ਠਾਹ ਨੂੰ ਖਿੱਚਦੀਆਂ, ਤੇ ਤੁਸੀਂ ਚੰਗੀ ਰਵਾਇਤ ਹੋਰ ਨਵੀਂ ਪਾ ਨਹੀਂ ਸਕਦੇ ਕਿ ਤੁਸੀਂ ਉਹੀ ਅੰਗਰੇਜ਼ਾਂ ਵੇਲੇ ਦੇ ਤਰੀਕੇ ਨਾਲ ਹੀ ਇੱਥੇ ਦੇਸ਼ ਨੂੰ ਚਲਾਉਣਾ? ਕਿ ਰਵਾਇਤਾਂ ਦੇ ਖਿਲਾਫ? ਬਿਲਕੁਲ ਰਵਾਇਤਾਂ ਦੇ ਖਿਲਾਫ ਹੋਣਾ ਚਾਹੀਦੀਆਂ। ਜਿਹੜੀਆਂ ਰਵਾਇਤਾਂ ਤੁਹਾਨੂੰ ਲੋਕਾਂ ਦੇ ਹੱਕ ਵਿੱਚ ਨਹੀਂ, ਉਹ ਟੁੱਟਣੀਆਂ ਚਾਹੀਦੀਆਂ, ਖਤਮ ਹੋਣੀਆਂ ਚਾਹੀਦੀਆਂ। ਨਵੀਆਂ ਜਿਹੜੀਆਂ ਪਗਡੰਡੀਆਂ, ਨਵੇਂ ਰਸਤੇ ਜਿਹੜੇ ਆ ਉਹ ਕੱਢਣੇ ਚਾਹੀਦੇ, ਤਾਂ ਹੀ ਅਸੀਂ ਦੇਸ਼ ਦੀਆਂ ਅੱਜ ਦੀਆਂ ਮੁਸ਼ਕਲਾਂ ਦੇ ਹਾਣੀ ਹੋਵਾਂਗੇ। ਤੇ ਮੈਂ ਤੇ ਆਪਣੇ ਜਿਹੜੇ ਵੀ ਬੰਦੇ ਜਿੱਥੇ ਜਿੱਥੇ ਹੈਗੇ ਆ, ਅਸੀਂ ਕਹਿੰਦੇ ਆ ਕਿ ਕਾਊਂਟਰਵੇਲਿੰਗ ਪ੍ਰੈਸ਼ਰ ਚਾਹਣਾ ਚਾਹੀਦਾ। ਇੱਕ ਵੱਡੀ ਹੋਰ ਲੈਟਰ ਅੱਗੇ ਵੀ ਕੱਢਦੇ ਹੁੰਦੇ ਆ, ਦਿੱਲੀ ਦੇ ਅੰਦਰ ਵੀ, ਦੇਸ਼ ਦੇ ਅੰਦਰ ਅਜੇ ਵੀ ਬਹੁਤ ਇਹੋ ਜਿਹੀਆਂ ਆਵਾਜ਼ਾਂ ਤੇ ਸਾਡੇ ਇੰਟੈਲੈਕਚੁਅਲ ਪੜ੍ਹੇ ਲਿਖੇ ਲੋਕ ਹੈਗੇ ਆ, ਉਹ ਵਕੀਲਾਂ 'ਚ ਵੀ ਹੈ, ਜੱਜਾਂ 'ਚ ਵੀ ਹੈਗੇ, ਹੋਰਨਾਂ 'ਚ ਵੀ ਹੈਗੇ ਆ, ਕਿ ਉਹਨਾਂ ਸਾਰਿਆਂ ਨੂੰ ਇੱਕ ਬਰਾਬਰ ਦੀ ਚਿੱਠੀ ਕੱਢਣੀ ਚਾਹੀਦੀ ਆ, ਸ਼ਾਬਾਸ਼ੇ ਦੇ ਕੇ ਸੁਪਰੀਮ ਕੋਰਟ ਨੂੰ, ਕਿ ਬਿਲਕੁਲ ਝੁਕਣ ਦੀ ਲੋੜ ਨਹੀਂ ਹੈ, ਬਿਲਕੁਲ ਹਿਚਕਚਾਉਣ ਦੀ ਲੋੜ ਨਹੀਂ ਹੈ, ਬਿਲਕੁਲ ਕੋਈ ਇਸ ਨੂੰ ਆਪਣੇ ਫੈਸਲੇ ਤੇ ਕਦਮ ਪਿੱਛੇ ਹਟਾਉਣ ਦੀ ਲੋੜ ਨਹੀਂ ਹੈ। ਜੋ ਤੁਸੀਂ ਕਿਹਾ ਸਚਾਈ ਕਹੀ ਹੈ, ਜੇ ਸਖਤੀ ਦੇ ਨਾਲ ਨਹੀਂ ਕਿਹਾ ਜਾਂਦਾ ਤਾਂ ਸ਼ਾਇਦ ਇਹ ਸੁਨੇਹਾ ਵੀ ਨਾ ਜਾਂਦਾ। ਇਹ ਝਟਕਾ ਲੱਗਣਾ ਚਾਹੀਦਾ ਸੀ। ਝਟਕਾ ਕੋਰਟ ਵੱਲੋਂ ਨਹੀਂ ਸੀ ਲੱਗਣਾ ਚਾਹੀਦਾ। ਕੋਰਟ ਨੂੰ ਤੇ ਤਾਂ ਲਾਉਣਾ ਪਿਆ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਜਦੋਂ ਸਾਡੇ ਦੇਸ਼ ਦੇ ਜਿਹੜੇ ਹੋਮ ਮਿਨਿਸਟਰ ਸਾਹਿਬਾਨ ਆ, ਉਹਨਾਂ ਨੇ ਅੱਜ ਤੱਕ ਉਹਨੂੰ ਬੁਲਾ ਕੇ ਨਹੀਂ ਕਿਹਾ, ਕਿਆ ਕਰਦੀ ਆ ਕੁੜੀਏ, ਤੂੰ ਕਿਉਂ ਕੀਤਾ ਹੈ? ਤੈਨੂੰ ਸਪੋਕਸਮੈਨ ਲਾਇਆ ਕਿ ਤੈਨੂੰ ਅਸੀਂ ਦੇਸ਼ ਨੂੰ ਅੱਗ ਦੀ ਭੱਠੀ ਵਿੱਚ ਝੋਕਣ ਲਈ ਇੱਥੇ ਲਾਇਆ? ਕਿਉਂ ਨਹੀਂ ਕਿਹਾ? ਕਿਉਂ ਨਹੀਂ ਕਹਿੰਦੇ ਕਿ ਅਸੀਂ ਇਸ ਨੂੰ ਇਹ ਤੇ FIR ਦਰਜ ਕਰਾਵਾਂਗੇ? ਛੋਟੀ ਗੱਲ ਆ। ਲੋਕ ਮਰ ਗਏ ਆ, ਉਦੇਪੁਰ ਚ ਮਰ ਗਏ ਆ, ਅਮਰਾਵਤੀ ਚ ਬੰਦੇ ਮਰ ਗਏ ਆ, ਹੋਰ ਬਹੁਤ ਵੱਡੀ ਅੱਗ, ਕਿੰਨਾ ਇਕਨੋਮੀ ਦਾ ਨੁਕਸਾਨ ਹੋਇਆ, ਹੋਰ ਕਈ ਕੁਝ ਨੁਕਸਾਨ ਹੋ ਸਕਦਾ, ਕਰਫਿਊ ਲੱਗੇ ਰਹੇ ਆ, ਇੰਟਰਨੈਟ ਬੰਦ ਹੋਇਆ, ਕਿਹਦਾ ਕਿੰਨੀਆਂ ਤਕਲੀਫਾਂ ਹੋਈਆਂ ਇਹਦੀ ਇੱਕ ਆਪਣੀ ਗਲਤ ਤਰੀਕੇ ਨਾਲ ਜ਼ਬਾਨ ਚਲਾਉਣ ਦੇ ਉੱਤੇ। ਤੇ ਮੇਰਾ ਖਿਆਲ ਹੈ ਕਿ ਇਹ ਤੇ ਪੱਖਪਾਤੀ ਹੈ, ਇਹ ਰਾਜ ਧਰਮ ਨਹੀਂ ਹੈ। ਜੇ ਰਾਜ ਧਰਮ ਚੱਲਦਾ, ਜੇ ਸਹੀ ਵੇਲੇ ਤੇ ਸਹੀ ਤਰੀਕੇ ਨਾਲ ਇਹਨਾਂ ਨੂੰ, ਭਾਵੇਂ ਉਹ ਦਿੱਲੀ ਵਾਲਾ ਸਪੋਕਸਮੈਨ ਸੀਗਾ ਜਾਂ ਇਹ ਖੁਦ ਖਾਸ ਕਰ ਨੂਪਰ ਦਾ ਜੋ ਫੋਕਸ ਤੇ ਆਇਆ, ਇਹਨਾਂ ਨੂੰ ਬੁੱਕ ਕਰਨਾ ਚਾਹੀਦਾ ਸੀਗਾ, UAPA ਦੇ ਤਹਿਤ ਬੁੱਕ ਕਰਨਾ ਚਾਹੀਦਾ ਸੀ। ਫਿਰ ਕਿਸੇ ਵੀ ਕੋਰਟ ਤੱਕ ਗੱਲ ਇਹ ਰਹਿੰਦੀ ਨਾ ਉਹਨਾਂ ਨੂੰ ਇੰਨੀ ਝਾੜ ਝੰਬ ਕਰਨ ਦੀ ਜ਼ਰੂਰਤ ਪੈਂਦੀ, ਕਿਉਂਕਿ ਇਹਨਾਂ ਲੋਕਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਹਰ ਪਾਸਿਓਂ ਸ਼ਹਿ ਮਿਲ ਰਹੀ ਆ, ਹਰ ਪਾਸਿਓਂ ਬੱਲੇ ਬੱਲੇ ਮਿਲ ਰਹੀ ਅੰਦਰੇ ਖਾਤੇ ਕਿ ਤਕੜੇ ਹੋ, ਹੋਰ ਕਰੋ, ਕੋਈ ਪਰਵਾਹ ਨਹੀਂ ਹੈ, ਸਾਡਾ ਦੇਸ਼ ਹੈ, ਸਾਡਾ ਰਾਜ ਆ, ਅਸੀਂ ਕੌਮ ਪ੍ਰਸਤੀਆਂ, ਅਸੀਂ ਦੇਸ਼ ਭਗਤੀਆਂ। ਤੇ ਜੇ ਦੇਸ਼ ਭਗਤੀ ਲੋਕਾਂ ਨੂੰ ਇਸ ਤਰੀਕੇ ਨਾਲ ਨਫ਼ਰਤ ਪੈਦਾ ਕਰਕੇ, ਸਮਾਜ ਨੂੰ, ਦੇਸ਼ ਨੂੰ ਕਮਜ਼ੋਰ ਕਰਕੇ ਤੁਸੀਂ ਉਹਨੂੰ ਦੇਸ਼ ਭਗਤੀ ਕਹਿੰਦੇ ਆ, ਉਹ ਚੱਲਣ ਵਾਲੀ ਨਹੀਂ। ਇਸ ਅੱਗ 'ਚ ਜਦੋਂ ਅੱਗ ਲੱਗਦੀ ਆ, ਉਹ ਇਹ ਨਹੀਂ ਦੇਖਦੀ ਕਿ ਕਿਹੜਾ ਬਚੂ ਤੇ ਕਿਹੜਾ ਨਹੀਂ ਬਚੂ, ਉਹ ਫਿਰ ਸਮੁੱਚੇ ਦੇਸ਼ 'ਚ ਲੱਗਦੀ ਹੈ। ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਕਿ ਇਹੋ ਜਿਹੇ ਮਾਹੌਲ, ਭਾਵੇਂ ਕੋਈ ਸਪੋਕਸਮੈਨ ਆ, ਭਾਵੇਂ ਕੋਈ ਪੋਲੀਟੀਸ਼ੀਅਨ ਆ, ਭਾਵੇਂ ਕੋਈ ਈਵਨ ਕਿਤੇ ਵੀ ਕਿਸੇ ਵੀ ਇਸ ਡੈਮੋਕ੍ਰੇਸੀ ਦੇ ਅੰਗ 'ਚ ਬੈਠਾ, ਉਹਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ। ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਕੋਰਟ ਨੇ, ਬਹੁਤ ਜੱਜ ਸਾਹਿਬਾਨਾਂ ਨੇ ਹਿੰਮਤ ਦਿਖਾਈ ਹੈ ਔਰ ਆਪਣੇ ਦਿਲ ਦੀ ਗੱਲ ਕੀਤੀ ਹੈ ਕਿ ਇਸ ਤੇਰੀ ਇੱਕ ਲੂਜ਼ ਟਾਕ ਨੇ, ਗਲਤ ਕਿਸਮ ਦੀ ਜ਼ਬਾਨ ਚੱਲਣ ਨੇ ਦੇਸ਼ ਦੇ ਵਿੱਚ ਪੂਰੀ 'ਚ ਅੱਗ ਲਾ ਕੇ ਰੱਖ ਦਿੱਤੀ ਹੈ। ਉਹ ਬਚਾਇਆ ਜਾ ਸਕਦਾ ਸੀ ਜੇ ਤੁਸੀਂ ਆਪਣੀ ਜ਼ਬਾਨ ਤੇ ਕੰਟਰੋਲ ਰੱਖਦੇ। ਹਾਂਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ।